ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼। ਚਰਚਿਤ ਕਵੀ ਸੁਰਜੀਤ ਪਾਤਰ ਸੰਗੀਤਕਾਰ ਬਣਨਾ ਚਾਹੁੰਦੇ ਸਨ, ਪਰ ਉਹਨਾਂ ਦੇ ਅੰਦਰ ਦਾ ਸੰਗੀਤ ਸ਼ਬਦਾਂ ਦੇ ਰੂਪ ਵਿੱਚ ਬਾਹਰ ਆਇਆ। 18 ਸਾਲ ਦੀ ਬਾਲਗ ਹੋਣ ਦੀ ਉਮਰ ਵਿੱਚ ਸੁਰਜੀਤ ਪਾਤਰ ਜੀ ਦੀਆਂ ਕਵਿਤਾਵਾਂ ਪਹਿਲੀ ਵਾਰ ਪ੍ਰਕਾਸ਼ਿਤ ਹੋਈਆਂ। ਸ਼੍ਰੀ ਪਾਤਰ ਸਾਹਿਤ ਦੇ ਅਧਿਆਪਕ ਰਹੇ, ਕਈ ਮਸ਼ਹੂਰ ਵਿਦੇਸ਼ੀ ਨਾਟਕਾਂ ਦਾ ਪੰਜਾਬੀ ਅਨੁਵਾਦ ਕੀਤਾ ਅਤੇ 2 ਫਿਲਮਾਂ ਸ਼ਹੀਦ ਊਧਮ ਸਿੰਘ ਤੇ ਦੀਪਾ ਮਹਿਤਾ ਦੀ ਫਿਲਮ ਵਿਦੇਸ਼ ਦੇ ਡਾਇਲਾਗ ਵੀ ਲਿਖੇ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਵਿੱਚ ਮੈਂ ਗੌਤਮ ਰਿਸ਼ੀ ਪ੍ਰਵਾਸੀ ਸਾਹਿਤ ਪ੍ਰੇਮੀਆਂ ਦੀ ਜ਼ੋਰਦਾਰ ਮੰਗ ਉੱਤੇ ਰੂਬਰੂ ਕਰਨ ਜਾ ਰਿਹਾ ਹਾਂ ਤੁਹਾਡੇ ਚਹੇਤੇ ਸ਼ਾਇਰ ਅਤੇ ਸਾਹਿਤਕਾਰ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਜੀ ਨੂੰ। ਪਾਤਰ ਜੀ, ਤੁਹਾਡਾ ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਸੋ ਮੇਰੇ ਵੱਲੋਂ ਸਾਰੇ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਪਿਆਰ ਅਤੇ ਸਤਿਕਾਰ, ਔਰ ਤੇਰਾ ਵੀ ਗੌਤਮ ਰਿਸ਼ੀ, ਤੇਰਾ ਬਹੁਤ ਸ਼ੁਕਰੀਆ ਤੂੰ ਆਇਆ। ਧੰਨਵਾਦ ਜੀ। ਸਭ ਤੋਂ ਪਹਿਲਾਂ ਤੁਹਾਨੂੰ ਪਦਮ ਸ਼੍ਰੀ ਪੁਰਸਕਾਰ ਮਿਲਣ 'ਤੇ ਸਾਡੇ ਵੱਲੋਂ ਮੁਬਾਰਕਬਾਦ। ਪਾਤਰ ਜੀ, ਸਾਹਿਤ ਅਕਾਦਮੀ ਪੁਰਸਕਾਰ ਸਮੇਤ ਤੁਹਾਨੂੰ ਬਹੁਤ ਸਾਰੇ ਸਨਮਾਨ ਮਿਲੇ ਨੇ। ਪਦਮ ਸ਼੍ਰੀ ਖਿਤਾਬ ਮਿਲਣ 'ਤੇ ਬਾਕੀਆਂ ਨਾਲੋਂ ਕੀ ਵੱਖਰਾ ਅਹਿਸਾਸ ਸੀ? ਪਦਮ ਸ਼੍ਰੀ ਦਾ ਇੱਦਾਂ ਸੀਗਾ ਕਿ ਕਈ ਇਨਾਮ ਤਾਂ ਮੇਰੇ ਮਨ 'ਚ ਹੈ ਕਿ ਮੈਂ ਸਾਹਿਤ ਅਕੈਡਮੀ ਇਨਾਮ ਸੋਚਿਆ ਸੀ ਕਿ ਮੈਨੂੰ ਮਿਲੇਗਾ ਕਦੀ, ਔਰ ਉਸ ਤੋਂ ਬਾਅਦ ਬਸ ਮੈਂ ਇੱਦਾਂ ਸੀ ਕਿ ਮੈਂ ਆਪਣੇ ਲਿਖਣ 'ਚ ਲੀਨ ਸੀ। ਤੋ ਇਹ ਦੋਨੋਂ ਪੁਰਸਕਾਰ ਜਿਵੇਂ ਸਰਸਵਤੀ ਵੀ ਅਤੇ ਪਦਮ ਸ਼੍ਰੀ, ਇਹੋ ਮੈਨੂੰ ਮੈਂ ਸਮਝਦਾ ਕਿ ਇੱਕ ਅਚਾਨਕ ਜਿਵੇਂ ਕੋਈ ਚੀਜ਼ ਤਾਂ ਨਾ ਵਾਪਰਦੀ ਹੈ, ਇਸ ਤਰ੍ਹਾਂ ਮੈਨੂੰ ਪ੍ਰਾਪਤ ਹੋਏ। ਔਰ ਪਦਮ ਸ਼੍ਰੀ ਦੇ ਪੁਰਸਕਾਰ ਵੇਲੇ ਮੈਨੂੰ ਇਹ ਸੀ ਕਿ ਜਿਵੇਂ ਬਾਕੀ ਤਾਂ ਸ਼ਾਇਦ ਫੈਸਲਾ ਸਾਹਿਤਕਾਰ ਕਰਦੇ ਆ ਇਨਾਮਾਂ ਦਾ, ਇਹਦੇ ਫੈਸਲੇ ਵਿੱਚ ਸਾਹਿਤਕਾਰ ਵੀ ਸ਼ਾਮਲ ਹੁੰਦੇ ਹੋਣਗੇ, ਮੈਨੂੰ ਪਤਾ ਨਹੀਂ, ਲੇਕਿਨ ਇਹਦੇ ਵਿੱਚ ਮੈਨੂੰ ਲੱਗਿਆ ਕਿ ਜਿਵੇਂ ਇੱਕ ਸੱਭਿਆਚਾਰ ਦਾ ਮੰਤਰਾਲਾ ਜਾਂ ਹੋਰ ਕੁਛ ਲੋਕ ਸ਼ਾਮਲ ਹੋ ਸਕਦੇ, ਔਰ ਖ਼ਾਸ ਕਰਕੇ ਇੱਥੋਂ ਪਹਿਲਾਂ ਇਹੋ ਪੰਜਾਬ ਤੋਂ ਜਾਂਦਾ ਨੋਮੀਨੇਟ ਹੋ ਕੇ ਫਿਰ ਅੱਗੇ ਫੈਸਲੇ ਹੁੰਦੇ ਆ। ਸੋ ਮੈਂ ਜਦੋਂ ਮੈਨੂੰ ਇਹ ਖਬਰ ਮਿਲੀ ਤਾਂ ਮੈਂ ਇੱਕ ਛੋਟਾ ਜਿਹਾ ਸ਼ੇਅਰ ਲਿਖਿਆ ਸੀ ਕਿ ਅੰਮੜੀ ਮੈਨੂੰ ਆਖਣ ਲੱਗੀ ਤੂੰ ਧਰਤੀ ਦਾ ਗੀਤ ਰਹੇਗਾ, ਪਦਮ ਸ਼੍ਰੀ ਹੋ ਕੇ ਵੀ ਪਾਤਰ ਤੂੰ ਮੇਰਾ ਸੁਰਜੀਤ ਰਹੇਗਾ। ਤੋ ਬਾਕੀ ਮੈਂ ਸਮਝਦਾ ਕਿ ਜਿਹੜੇ ਜੋ ਵੀ ਇਨਾਮ ਸਨਮਾਨ ਹੁੰਦੇ ਆ ਉਹ ਤਾਂ ਤੁਹਾਨੂੰ ਉਹ ਚੰਗੇ ਲੱਗਦੇ ਆ, ਲੇਕਿਨ ਸਭ ਤੋਂ ਵੱਡਾ ਮਾਣ ਸਨਮਾਨ ਤੁਹਾਡਾ ਹੀ ਹੁੰਦਾ ਕਿ ਜੇ ਤੁਹਾਡੀ ਕਵਿਤਾ ਤੁਹਾਡੇ ਲੋਕਾਂ ਦੇ ਕੰਮ ਆਵੇ ਜਾਂ ਤੁਹਾਡੀ ਧਰਤੀ ਦੇ ਦੁੱਖਾਂ ਸੁੱਖਾਂ ਵਿੱਚ ਉਹ ਭਾਈਵਾਲ ਹੋਵੇ। ਅਤੇ ਇਹ ਮੈਨੂੰ ਸਭ ਤੋਂ ਵੱਡਾ ਸਨਮਾਨ ਕਿਸੇ ਕਵੀ ਦਾ ਲੱਗਦਾ ਹੁੰਦਾ। ਕਾਫੀ ਵਾਰ ਤੁਸੀਂ ਆਪਣੇ ਉਸ ਸੁਪਨੇ ਦਾ ਜ਼ਿਕਰ ਕੀਤਾ ਹੈ ਕਿ ਤੁਸੀਂ ਸੰਗੀਤਕਾਰ ਬਣਨਾ ਚਾਹੁੰਦੇ ਸੀਗੇ। ਤੁਹਾਨੂੰ ਸੰਗੀਤਕਾਰ ਬਣਨ ਦੀ ਲਾਲਸਾ ਜਾਂ ਸ਼ੌਂਕ ਕਿਸ ਤੋਂ ਪ੍ਰਭਾਵਿਤ ਹੋ ਕੇ ਪੈਦਾ ਹੋਇਆ ਸੀ? ਇੱਦਾਂ ਸੀ ਕਿ ਮੇਰੇ ਘਰ ਦਾ ਜਿਹੜਾ ਮਾਹੌਲ ਉਹਦੇ ਵਿੱਚ ਕਵਿਤਾ ਤੋਂ ਸੰਗੀਤ ਜ਼ਿਆਦਾ ਸੀ ਮੇਰੇ ਜਨਮ ਵੇਲੇ, ਕਿ ਜਿਸ ਤਰ੍ਹਾਂ ਮੇਰੇ ਪਿਤਾ ਜੀ ਦਾ ਗੁਰਬਾਣੀ ਸੰਗੀਤ 'ਚ ਬਹੁਤ ਦਿਲਚਸਪੀ ਸੀ, ਔਰ ਇੱਦਾਂ ਮੇਰੇ ਚਾਚਾ ਜੀ ਦੇ ਬੇਟੇ ਦੀਦਾਰ ਸਿੰਘ ਪਰਦੇਸੀ ਜਿਹੜੇ ਕਿ ਮਸ਼ਹੂਰ ਗਾਇਕ, ਉਹਨਾਂ ਦਾ ਵੀ ਯਾਨੀ ਗਾਇਨ ਵੱਲ ਰੁਝਾਨ ਸੀ। ਔਰ ਦੂਸਰੀ ਕਿ ਪਿੰਡ ਵਿੱਚ ਜਿਹੜਾ ਸਾਰਾ ਮਾਹੌਲ ਸੀਗਾ ਉਹਦੇ ਵਿੱਚ ਮੈਨੂੰ ਸੰਗੀਤ ਬੜਾ ਭਾਰੂ ਦਿਸਦਾ ਸੀ, ਕਿ ਬੇਸ਼ੱਕ ਉਹ ਲੋਡੇ ਵੇਲੇ ਬੋੜਾਂ ਪਿੱਪਲਾਂ ਦੇ ਥੱਲੇ ਗਾਉਂਦੇ ਅਲਗੋਜ਼ਿਆਂ ਵਾਲੇ ਇੱਕ ਤਾਰੇ ਵਾਲੇ ਹੋਣ, ਜਾਂ ਪਿੰਡ 'ਚ ਪੈਂਦੀਆਂ ਰਾਸਾਂ ਹੋਣ, ਜਾਂ ਕਦੀ ਢਾਡੀਆਂ ਦਾ ਜਥਾ ਹੋਵੇ। ਤੋ ਸੰਗੀਤ ਖਾਸ ਕਰਕੇ ਜਿਹੜੇ ਸੰਗੀਤਕ ਸਾਜ਼ ਸੀਗੇ, ਸਾਜ਼ ਮੈਨੂੰ ਬਹੁਤ ਖਿੱਚ ਪਾਉਂਦੇ ਸੀ। ਕਿ ਮੈਂ ਘਰਦਿਆਂ ਨਾਲ ਹਮੇਸ਼ਾ ਹੀ ਲੜਦਾ ਰਹਿੰਦਾ ਕਿ ਮੈਨੂੰ ਹਾਰਮੋਨੀਅਮ ਲੈ ਕੇ ਦਿਓ, ਮੈਨੂੰ ਬੈਂਜੋ ਲੈ ਕੇ ਦਿਓ, ਮੈਨੂੰ ਤੁਸੀਂ ਸਾਰੰਗੀ ਲੈ ਕੇ ਦਿਓ। ਸੋ ਇਸ ਤਰ੍ਹਾਂ ਯਾਨੀ ਜਿਹੜੇ ਇਹੋ ਸਾਜ਼ਾਂ ਦੀ ਖਿੱਚ ਮੇਰੇ ਮਨ 'ਚ ਬਹੁਤ ਸ਼ੁਰੂ ਤੋਂ ਸੀ। ਕੀ ਕਾਰਨ ਰਿਹਾ ਕਿ ਤੁਸੀਂ ਸੰਗੀਤਕਾਰ ਨਹੀਂ ਬਣ ਸਕੇ? ਕੀ ਰੁਕਾਵਟ ਸੀ ਅਸਲ 'ਚ? ਅਸਲ 'ਚ ਇੱਦਾਂ ਸੀ ਕਿ ਜਦੋਂ ਮੈਨੂੰ ਕੋਈ ਸੰਗੀਤ ਸਿਖਾਉਣ ਵਾਲਾ ਨਹੀਂ ਦੱਸਿਆ, ਕਿ ਮੇਰਾ ਮਨ ਸੀ ਮੈਂ ਕਾਲਜ ਜਾਊਂਗਾ ਅਤੇ ਕਾਲਜ ਜਾ ਕੇ ਮੈਂ ਸ਼ਾਇਦ ਜਿਹੜੇ BA 'ਚ ਮਜ਼ਮੂਨ ਹੁੰਦੇ ਆ, ਇੱਕ ਮੈਂ ਮਜ਼ਮੂਨ ਸੰਗੀਤ ਲਊਂਗਾ, ਲੇਕਿਨ ਉਹ ਵੀ ਕੁੜੀਆਂ ਵਾਸਤੇ ਸਾਡੇ ਕਾਲਜ 'ਚ, ਮੁੰਡਿਆਂ ਵਾਸਤੇ ਮਿਊਜ਼ਿਕ ਦਾ ਸਬਜੈਕਟ ਨਹੀਂ ਸੀਗਾ। ਤੋ ਇਸ ਤਰ੍ਹਾਂ ਮੈਨੂੰ ਕੋਈ ਸਿਖਾਉਣ ਵਾਲਾ ਨਹੀਂ ਮਿਲਿਆ,
ਔਰ ਤਦ ਨੂੰ ਫਿਰ ਮੈਂ ਕਵਿਤਾ 'ਚ ਮੇਰਾ ਇੰਨਾ ਇੰਟਰਸਟ ਹੋ ਗਿਆ ਕਿ ਮੈਂ ਜਦੋਂ ਕਾਲਜ ਦਾਖਲ ਹੋਇਆ ਤੇ ਮੈਂ ਕਵਿਤਾ ਬਹੁਤ ਪੜ੍ਹੀ ਪਹਿਲਾਂ ਤਾਂ। ਮੇਰੀ ਉਸ ਲਾਇਬ੍ਰੇਰੀ ਰਣਧੀਰ ਕਾਲਜ ਕਪੂਰਥਲਾ ਦੀ ਲਾਇਬ੍ਰੇਰੀ ਵਿੱਚ ਮੇਰੇ ਖਿਆਲ 'ਚ ਸ਼ਾਇਦ ਹੀ ਕੋਈ ਕਿਤਾਬ ਹੋਵੇ ਜਿਹੜੀ ਕਵਿਤਾ ਦੀ ਜਿਹੜੀ ਮੈਂ ਨਾ ਪੜ੍ਹੀ ਹੋਵੇ। ਤੋ ਉਹ ਤਦ ਤੱਕ ਕਵਿਤਾ ਨੇ ਮੇਰਾ ਪੂਰੀ ਤਰ੍ਹਾਂ ਧਿਆਨ ਮੰਨ ਲਿਆ। ਔਰ ਲੇਕਿਨ ਮਿਊਜ਼ਿਕ ਮੇਰੀ ਸ਼ਾਇਰੀ 'ਚ ਆਉਂਦਾ ਰਿਹਾ, ਕਦੀ ਇਮੇਜ ਬਣ ਕੇ, ਕਦੀ ਬਿੰਬ ਬਣ ਕੇ, ਕਦੀ ਉਂਝ ਹੀ ਗਜ਼ਲਾਂ ਦੇ ਵਿੱਚ ਉਹਦਾ ਤਰੰਨਮ ਬਣ ਕੇ। ਸੋ ਸੰਗੀਤ ਮੇਰੇ ਨਾਲ ਨਾਲ ਜ਼ਰੂਰ ਰਿਹਾ। ਆਪਣੇ ਆਪ ਨੂੰ ਜ਼ਾਹਰ ਕਰਨ ਲਈ ਤੁਸੀਂ ਕਿਹੜਾ ਜ਼ਰੀਆ ਜਿਹੜਾ ਵਧੀਆ ਮੰਨਦੇ ਹੋ, ਸੰਗੀਤ ਜਾਂ ਕਵਿਤਾ? ਹੁਣ ਤਾਂ ਮੈਂ ਕਵਿਤਾ ਹੀ ਮੰਨਦਾ, ਕਿਉਂਕਿ ਮੈਂ ਵੀ ਮੰਨਦਾ ਕਿ ਜਿਸ ਤਰ੍ਹਾਂ ਸੰਗੀਤ ਹੈ ਉਹ ਸੰਗੀਤ ਜਿਹੜਾ ਸ਼ਬਦਾਂ ਤੋਂ ਬਿਨਾਂ ਸੰਗੀਤ ਹੈ, ਜਿਹਨੂੰ ਆਪਾਂ ਕਹਿੰਦੇ ਕਿ ਵਾਦਨ, ਜਾਂ ਜਿਹਨੂੰ ਅਸੀਂ ਕਹਿ ਲਈਏ ਕਿ ਜਿਹੜਾ ਗਾਇਕੀ, ਖਿਆਲ ਦੀ ਗਾਇਕੀ, ਜਾਂ ਉਹ ਜ਼ਿਆਦਾ ਕਰਕੇ ਉਹਦਾ ਤਾਲੁਕ ਭਾਵਾਂ ਨਾਲ ਆ, ਬੁਨਿਆਦੀ ਜਿਹੜੇ ਸਾਡੇ ਭਾਵ ਨੇ। ਲੇਕਿਨ ਕਵਿਤਾ ਜਿਹੜੀ ਆ ਉਹ ਭਾਵਾਂ ਤੋਂ ਅੱਗੇ ਜਾਂ ਵੱਖਰੀ ਹੋ ਕੇ ਉਹ ਬੌਧਿਕਤਾ ਨਾਲ ਵੀ ਜੁੜ ਜਾਂਦੀ ਆ, ਰਾਜਨੀਤੀ ਨਾਲ ਵੀ, ਸਮਾਜ ਵਿਗਿਆਨ ਨਾਲ ਵੀ, ਔਰ ਚਿੰਤਨ ਨਾਲ ਵੀ। ਸੋ ਇਸ ਪੱਖੋਂ ਮੈਂ ਸਮਝਦਾ ਕਿ ਜਿਹੜੀ ਕਵਿਤਾ ਹੈ ਉਹ ਸ਼ਾਇਦ ਜ਼ਿਆਦਾ ਜਾਂ ਇੱਕ ਉਸ ਲੈਵਲ 'ਤੇ ਤੁਹਾਡਾ ਆਪੇ ਦਾ ਪ੍ਰਗਟਾਵਾ ਕਰਦੀ ਹੈ। ਤੋ ਸੰਗੀਤ ਵਿੱਚ ਮੈਨੂੰ ਆਪੇ ਦੇ ਪੂਰੇ ਪ੍ਰਗਟ ਹੋਣ ਦਾ ਕੋਈ ਅਨੁਭਵ ਨਹੀਂ, ਕਿ ਹੋ ਸਕਦਾ ਜਿਹੜੇ ਬਹੁਤ ਮਹਾਨ ਸੰਗੀਤਕਾਰ ਆ ਉਹ ਆਪਣੇ ਪੂਰਾ ਸੈਲਫ ਸੰਗੀਤ ਦੇ ਵਿੱਚ ਪ੍ਰਗਟ ਕਰ ਸਕਦੇ ਹੋਣ, ਲੇਕਿਨ ਮੇਰੇ ਲਈ ਤਾਂ ਕਵਿਤਾ ਹੀ ਵੱਡਾ ਮਾਧਿਅਮ ਆ। ਪਾਤਰ ਸਾਹਿਬ, ਤੁਸੀਂ ਕਈ ਜਗ੍ਹਾ ਇਹ ਕਿਹਾ ਕਿ ਤੁਹਾਡਾ ਮਨ ਕੀਤਾ ਤਾਂ ਅੱਧੀ ਰਾਤ ਨੂੰ ਉੱਠ ਕੇ ਲਿਖਦੇ ਹੋ, ਤੇ ਕਈ ਵਾਰੀ ਇੱਕ ਮਹੀਨਾ ਕੁਝ ਵੀ ਨਹੀਂ ਲਿਖਦੇ। ਤੁਹਾਡੇ ਅਨੁਸਾਰ ਕਵਿਤਾ ਜਨਮ ਕਿਵੇਂ ਲੈਂਦੀ ਹੈ? ਕਵਿਤਾ ਨੂੰ ਮੈਂ ਕੋਈ ਇਲਹਾਮ ਤਾਂ ਨਹੀਂ ਮੰਨਦਾ, ਲੇਕਿਨ ਇਹ ਜ਼ਰੂਰ ਹੈ ਕਿ ਕਵਿਤਾ ਬਹੁਤੀ ਕਵੀ ਦੇ ਵੱਸ ਵਿੱਚ ਨਹੀਂ ਹੁੰਦੀ, ਕਿ ਅਸੀਂ ਕੋਈ ਯੋਜਨਾ ਬਣਾ ਕੇ ਕਵਿਤਾ ਨਹੀਂ ਲਿਖ ਸਕਦੇ। ਕਿ ਕਈ ਵਾਰ ਇੱਦਾਂ ਵੀ ਹੋਇਆ, ਜਿਸ ਤਰ੍ਹਾਂ ਮੈਂ ਮੈਂ 3 ਕਵਿਤਾਵਾਂ ਇੱਕੋ ਰਾਤ ਲਿਖੀਆਂ, ਇੱਕੋ ਰਾਤ ਬਲਕਿ 3 ਵਜੇ ਮੇਰੀ ਜਾਗ ਖੁੱਲ੍ਹੀ। ਤਾਂ ਰਾਤ ਨੂੰ ਕੋਈ ਕਿਸੇ ਗੱਲ 'ਤੇ ਅਸੀਂ ਬਹਿਸ ਕਰ ਰਹੇ ਸੀ, ਮੈਂ ਇੰਗਲੈਂਡ ਸੀ, ਤੋ ਕੁਝ ਦੋਸਤਾਂ ਦੇ ਵਿਚਕਾਰ ਕੋਈ ਕੁੜੱਤਣ ਵੀ ਹੋਈ, ਕੁਛ ਇੱਦਾਂ ਬੜੀ ਸਮਝ ਲਓ ਕਿ ਵਾਦ ਵਿਵਾਦ ਹੋਇਆ, ਅਤੇ ਲੇਕਿਨ ਮੈਂ ਸੌਂ ਗਿਆ। ਫਿਰ ਲੇਕਿਨ ਮੇਰੀ ਜਾਗ ਖੁੱਲ੍ਹੀ, ਅਤੇ ਮੈਂ ਫਿਰ ਇਹ ਜਿਹੜੀ ਮੇਰੀ ਕਵਿਤਾ ਹੈ ਕਿ ਚੱਲ ਪਾਤਰ ਹੁਣ ਢੂੰਡਣ ਚੱਲੀਏ, ਭੁੱਲੀਆਂ ਹੋਈਆਂ ਥਾਵਾਂ ਕਿੱਥੇ ਕਿੱਥੇ ਛੱਡ ਆਏ ਹਾਂ ਅਣਲਿਖੀਆਂ ਕਵਿਤਾਵਾਂ। ਇਹ ਔਰ ਇੱਕ ਦੂਸਰੀ ਮੇਰੀ ਸੀ ਕਿ ਤੇਰੀ ਹਰ ਨਜ਼ਮ ਪਾਤਰ ਵਿਕ ਗਈ ਹੈ, ਤੇਰੇ ਗੀਤਾਂ ਦਾ ਸੌਦਾ ਹੋ ਗਿਆ ਹੈ, ਤੇਰੀ ਪ੍ਰਵਾਜ਼ ਤੋਂ ਖੁਸ਼ ਹੋ ਕੇ ਉਹਨਾਂ ਇੱਕ ਸੋਨੇ ਦਾ ਪਿੰਜਰਾ ਭੇਜਿਆ ਹੈ। ਇਹ ਔਰ ਇੱਕ ਮੇਰੀ ਗਜ਼ਲ ਸੀ ਛੋਟੀ ਬੈਠ ਦੀ ਕਿ ਦੁੱਖਾਂ ਭਰਿਆ ਦਿਲ ਪੈਮਾਨਾ ਛੱਡ ਪਰੇ, ਕੀ ਇਹ ਹਸਤੀ ਦਾ ਮੈਖਾਨਾ ਛੱਡ ਪਰੇ। ਔਰ ਇਹ ਮੈਂ ਇੱਕੋ ਹੀ ਯਾਨੀ ਸਿਟਿੰਗ 'ਚ 3 ਚੀਜ਼ਾਂ ਇਹੋ ਲਿਖੀਆਂ, ਔਰ ਲਿਖਣ ਤੋਂ ਬਾਅਦ ਮੈਂ 5-5:30 ਵਜੇ ਤੱਕ ਫਿਰ ਸੌਂ ਗਿਆ, ਔਰ ਫਿਰ ਯਾਨੀ ਮੇਰੇ ਦੋਸਤ ਨੇ ਸਵੇਰੇ ਮੈਨੂੰ ਜਗਾਇਆ। ਸੋ ਉਹ ਮੈਂ ਉਸ ਗੱਲ ਨੂੰ ਸਮਝਦਾ ਕਿ ਉਹ ਕੋਈ ਵੀ ਮੇਰੀ ਸ਼ਾਮਲ ਨਹੀਂ ਸੀ ਯੋਜਨਾ 'ਚ ਕਿ ਮੈਂ ਕਵਿਤਾ ਅੱਜ ਰਾਤ ਮੈਂ ਕਵਿਤਾਵਾਂ ਲਿਖਣੀਆਂ। ਇਸ ਤਰ੍ਹਾਂ ਜਿਵੇਂ ਜਿਹੜੀ ਕੁਝ ਕਿਹਾ ਤਾਂ ਹਨੇਰਾ ਜਰੇਗਾ, ਕਿਵੇਂ ਇਹ ਗਜ਼ਲ ਸੀ, ਇਹ ਵੀ ਮੈਂ ਇੱਦਾਂ ਹੀ ਕਚਹਿਰੀ ਵਿੱਚੋਂ ਲੰਘਦਿਆਂ ਸ਼ਾਮ ਨੂੰ ਮੈਂ ਸਿਰਫ ਦਰੱਖਤਾਂ ਨੂੰ ਦੇਖਿਆ, ਅਤੇ ਮੈਨੂੰ ਲੱਗਾ ਕਿ ਇਹ ਦਰੱਖਤ ਜਿਵੇਂ ਦਰੱਖਤ ਨਹੀਂ ਹੈਗੇ, ਤਾਂ ਬਸ ਜਿਹੜੇ ਇੱਥੇ ਇਨਸਾਫ ਲੈਣ ਆਏ ਸੀ, ਇਨਸਾਫ ਦੀ ਉਡੀਕ ਕਰਦੇ ਕਰਦੇ ਇਹ ਬਿਰਖ ਬਣ ਗਏ। ਤੋ ਇਹੀ ਲਾਈਨਾਂ ਮੇਰੇ ਚਾਹੁੰਦੀਆਂ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀਂ ਜਾਣ, ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਸੋ ਇੱਥੋਂ ਇਹ ਗਜ਼ਲ ਸ਼ੁਰੂ ਹੋ ਜਾਂਦੀ ਹੈ। ਸੋ ਕਵਿਤਾ ਮੈਂ ਸਮਝਦਾ ਕਿ ਇਹੀ ਹੈ ਕਿ ਤੁਹਾਡੇ ਅੰਦਰ ਬਹੁਤ ਚੀਜ਼ਾਂ ਜਮ੍ਹਾਂ ਹੁੰਦੀਆਂ ਰਹਿੰਦੀਆਂ, ਜਿਵੇਂ ਤੁਹਾਡੀ ਇੱਕ ਯਾਦਾਂ ਦੀ ਬੈਂਕ ਹੈ, ਉਹਦੇ ਵਿੱਚ ਹਾਦਸੇ, ਗੱਲਾਂ, ਘਟਨਾਵਾਂ, ਚਿਹਰੇ, ਦ੍ਰਿਸ਼, ਬਹੁਤ ਕੁਛ ਜਮ੍ਹਾਂ ਹੁੰਦਾ ਰਹਿੰਦਾ, ਲੇਕਿਨ ਉਹ ਕਿਸੇ ਵਕਤ ਕੋਈ ਇੱਕ ਚੀਜ਼ ਉਹਨੂੰ ਐਸੀ ਤੁਹਾਨੂੰ ਦਿਖਾਈ ਦਿੰਦੀ ਹੈ ਕਿ ਜਿਹੜੀ ਉਹ ਸਾਰੇ ਕੁਛ ਨੂੰ ਜੋੜ ਲੈਂਦੀ ਹੈ। ਜੀ,
ਤੁਹਾਡੀਆਂ ਕਵਿਤਾਵਾਂ ਜਿਹੜੀਆਂ ਨੇ ਉਹ ਸ਼ਬਦਾਂ ਨਾਲ ਪਰੋਈ ਇੱਕ ਮਾਲਾ ਦੀ ਤਰ੍ਹਾਂ ਨੇ। ਇੰਨੇ ਸਾਰੇ ਸ਼ਬਦ ਤੁਹਾਨੂੰ ਕਿੱਥੋਂ ਮਿਲਦੇ ਨੇ? ਉਹ ਮੈਂ ਕਹਿੰਦਾ ਉਹਨਾਂ ਵੀ ਇਹ ਸ਼ਬਦ ਮੇਰੇ ਨਹੀਂ ਪਰ ਇਹ ਵਾਕ ਮੇਰਾ ਹੈ, ਜਾਂ ਖਬਰੇ ਇਹ ਵੀ ਨਹੀਂ ਐਵੇਂ ਮੈਂ ਗੁਆਨ 'ਚ ਹਾਂ। ਸੋ ਸ਼ਬਦ ਇਹਦੇ ਕਿ ਅਸੀਂ ਸ਼ਬਦਾਂ ਦੇ ਹੀ ਬਣੇ ਹੋਏ ਹਾਂ ਐਕਚੁਅਲੀ, ਕਿ ਬਾਕੀ ਜਿਵੇਂ ਚਲੋ ਇਹ ਤਾਂ ਅਸੀਂ ਸਾਡੇ 'ਚ ਖੂਨ ਵੀ ਆ, ਹੱਡੀਆਂ ਵੀ ਆ, ਲੇਕਿਨ ਜੋ ਸਾਡਾ ਇੱਕ ਹਿੱਸਾ ਜਿਹੜਾ ਬਿਲਕੁਲ ਸ਼ਬਦਾਂ ਨਹੀਂ ਬਣਾਇਆ ਹੋਇਆ। ਸਾਡੇ ਅੰਦਰ ਸ਼ਬਦ ਹੀ ਲੜਦੇ ਰਹਿੰਦੇ ਆ, ਸ਼ਬਦ ਹੀ ਬਹਿਸ ਕਰਦੇ ਰਹਿੰਦੇ ਆ, ਸ਼ਬਦ ਹੀ ਇੱਕ ਦੂਜੇ ਵਿੱਚ ਘੁਲਦੇ ਮਿਲਦੇ ਰਹਿੰਦੇ ਆ। ਸੋ ਅਸੀਂ ਸੱਭਿਆਚਾਰ ਸਾਡਾ ਬਸ ਸਾਰਾ ਸ਼ਬਦਾਂ ਦੀ ਕਹਾਣੀ ਆ। ਸੋ ਇਸ ਲਈ ਸ਼ਬਦ ਕਿਤੋਂ ਲੈਣ ਨਹੀਂ ਜਾਣੇ ਪੈਂਦੇ। ਇਹ ਤੁਹਾਡਾ ਇੱਕ ਤਰ੍ਹਾਂ ਇੱਦਾਂ ਦਾ ਹਿੱਸਾ ਆ ਕਿ ਜਿਵੇਂ ਪੰਛੀ ਨੇ ਉਡਾਨ ਪਾਣੀ ਤੋਂ ਅਚਾਨਕ ਹੀ ਉਹਦੇ ਪਰ ਫੜਫੜਾਉਣ ਲੱਗ ਪੈਣੇ ਆ। ਸੋ ਇੱਦਾਂ ਹੀ ਸ਼ਬਦ ਵੀ ਅਚਾਨਕ ਤੁਹਾਡੇ ਸਹਾਰੇ ਲਈ ਜਾਂ ਤੁਹਾਡੀ ਮਦਦ ਲਈ ਤੁਹਾਡੇ ਕੋਲ ਪਹੁੰਚਦੇ ਆ। ਵੈਸੇ ਤੁਹਾਡੇ ਤੋਂ ਇੱਕ ਆਮ ਸਵਾਲ ਕਰਦੇ ਹੁੰਦੇ ਆ ਲੋਕ, ਤੇ ਇਹ ਹੈਗਾ ਕਿ ਵੈਸੇ ਕਵਿਤਾ ਦਾ ਜਿਹੜਾ ਕੋਈ ਭਰੋਸਾ ਨਹੀਂ ਹੁੰਦਾ ਵੀ ਕਦੋਂ ਆਵੇ। ਇਹ ਆਨਸਰ ਹੈ, ਮੈਂ ਸਵਾਲ ਪੁੱਛਾਂਗਾ ਹੀ ਨਹੀਂ, ਪਰ ਮੈਂ ਇਹ ਜਾਣਨਾ ਚਾਹਣਾ ਵੀ ਜਿਹੜਾ ਕਵਿਤਾ ਲਿਖਣ ਦਾ ਤੁਹਾਡਾ ਜਿਹੜਾ ਵੇਲਾ ਹੈਗਾ ਉਹ ਤੁਹਾਨੂੰ ਕਿਹੜਾ ਸੂਟ ਕਰਦਾ ਹੈ? ਜਿਹਨੇ ਦਿਨੀ ਮੈਂ ਸਮਝ ਲਓ ਕਿ ਕਵਿਤਾ ਜ਼ਿਆਦਾ ਲਿਖਣ 'ਚ ਮੂਡ 'ਚ ਆ ਤਾਂ ਬਹੁਤੀ ਵਾਰੀ ਮੈਂ ਜਦੋਂ ਸਵੇਰੇ ਸੁੱਤਾ ਹੀ ਉੱਠਦਾ ਤਾਂ ਮੈਨੂੰ ਕੋਈ ਨਾ ਕੋਈ ਆਈਡੀਆ ਮੇਰੇ ਦਿਮਾਗ 'ਚ ਹੁੰਦਾ ਹੈ ਨਾ। ਅਤੇ ਯਾਨੀ ਸਵੇਰ ਵੀ ਮੇਰੇ ਲਈ ਬਹੁਤ ਇਹੋ ਜਿਹਾ ਮੌਕਾ, ਕਈ ਵਾਰੀ ਜਦੋਂ ਸੁੱਤੇ ਉੱਠਣ ਸਾਰ ਹੀ ਮੈਨੂੰ ਕੋਈ ਚੀਜ਼ ਸਟਰਾਈਕ ਕਰਦੀ, ਮੈਂ ਨੋਟ ਕਰਦਾ। ਅਤੇ ਕੁਛ ਚੀਜ਼ਾਂ ਮੈਂ ਇੱਦਾਂ ਵੀ ਮੇਰੇ ਕਾਪੀਆਂ 'ਤੇ ਲਿਖੀਆਂ ਜਿਹੜੀਆਂ ਮੈਂ ਹਨੇਰੇ ਵਿੱਚ ਰਾਤ ਨੂੰ ਲਿਖੀਆਂ ਨੇ, ਜਿਹੜੀਆਂ ਮੈਂ ਦੇਖ ਨਹੀਂ ਰਿਹਾ ਲੇਕਿਨ ਮੈਂ ਉਹ ਆਪਣੀ ਕਾਪੀ 'ਤੇ ਉਹਨਾਂ ਨੂੰ ਲਿਖਦਾ ਰਹਿਣਾ। ਸਵੇਰੇ ਮੈਂ ਫਿਰ ਉਹਨੂੰ ਠੀਕ ਕਰਕੇ ਲਿਖਦਾ। ਅਤੇ ਬਾਕੀ ਇੱਦਾਂ ਦਾ ਕੋਈ ਮੈਨੂੰ ਲੱਗਦਾ ਖਾਸ ਮੌਕਾ ਹੈ ਨਹੀਂ, ਪਰ ਲੇਕਿਨ ਮੈਂ ਸਮਝਦਾ ਕਿ ਇਹਦਾ ਤਾਲੁਕ ਬਹੁਤੀਆਂ ਮੇਰੀਆਂ ਕਵਿਤਾਵਾਂ ਮੈਂ ਸੂਰਜ ਡੁੱਬਣ ਤੋਂ ਬਾਅਦ ਹੀ ਲਿਖੀਆਂ, ਔਰ ਸੂਰਜ ਚੜ੍ਹਨ ਸਾਰ ਹੀ, ਜਿਸ ਤਰ੍ਹਾਂ ਸੂਰਜ ਚੜ੍ਹਨ ਸਾਰ ਕੁਝ ਚੀਜ਼ਾਂ ਲਿਖੀਆਂ। ਅਤੇ ਮੈਨੂੰ ਘੱਟ ਹੀ ਯਾਦ ਹੈ ਕਿ ਮੈਂ ਦਿਨ ਵੇਲੇ ਕੋਈ ਰਚਨਾ ਕੀਤੀ ਹੋਵੇ। ਜਾਣੀ ਜਾਂ ਤਾਂ ਉਹ ਈਵਨਿੰਗ ਹੁੰਦੀ ਹੈ, ਜਾਂ ਸਵੇਰ ਹੁੰਦੀ ਹੈ, ਜਾਂ ਰਾਤ ਹੁੰਦੀ ਹੈ। ਇਹ ਵੀ ਮੰਨਿਆ ਜਾਂਦਾ ਕਿ ਜਿਹੜੀ ਕਵਿਤਾ ਹੈਗੀ ਆ ਉਹ ਵਿਯੋਗ ਜਾਂ ਦੁੱਖ 'ਚੋਂ ਜ਼ਿਆਦਾ ਪਣਪਦੀ ਹੈਗੀ, ਅਤੇ ਤੁਹਾਡੀ ਕਵਿਤਾ 'ਤੇ ਵੀ ਕੋਈ ਇਹੋ ਜਿਹਾ ਪ੍ਰਭਾਵ ਹੈ? ਮੈਂ ਵੀ ਸਮਝਦਾ ਕਿ ਜਿਹੜੀ ਬਹੁਤ ਹੀ ਕਾਫੀ ਕਵਿਤਾ ਜਿਹੜੀ ਆ ਉਹ ਦੁੱਖ 'ਚੋਂ ਲਿਖੀ ਜਾਂਦੀ ਹੈ। ਬੇਸ਼ੱਕ ਰਸ ਤਾਂ ਅਸੀਂ 9 ਮੰਨਦੇ ਹਾਂ ਕਿ ਵਿੱਚ ਹਾਸ ਰਸ ਵੀ, ਬੀਭਤਸ ਰਸ ਵੀ, ਅਦਭੁਤ ਰਸ ਵੀ, ਰੌਦਰ ਰਸ ਵੀ, ਲੇਕਿਨ ਮੇਰਾ ਖਿਆਲ ਹੈ ਕਿ ਬਹੁਤੀ ਸਾਨੂੰ ਕਵਿਤਾ ਦੀ ਲੋੜ ਦੁੱਖ ਵੇਲੇ ਹੀ ਪੈਂਦੀ ਆ, ਜਾਂ ਅਸੀਂ ਕਿਸੇ ਵੇਲੇ ਕੋਈ ਅਦਭੁਤ ਰਸ 'ਚੋਂ ਲੰਘਦੇ ਹਾਂ। ਤੁਹਾਨੂੰ ਅਜੀਬ ਐਕਸਪੀਰੀਅੰਸ ਹੁੰਦਾ ਜਿਹਦੇ ਵਿੱਚ ਇੱਕ ਵੰਡਰ ਦਾ ਜਾਂ ਵਿਸਮਾਦ ਦੀ ਭਾਵਨਾ ਹੋ ਸਕਦੀ ਆ। ਲੇਕਿਨ ਬਹੁਤੀ ਜ਼ਰੂਰਤ ਤੁਹਾਨੂੰ ਮਤਲਬ ਬੰਦੇ ਨੂੰ ਇੱਕ ਇੱਦਾਂ ਹੀ, ਜਿਵੇਂ ਆਪਾਂ ਕਹਿੰਦੇ ਜਿਹੜੇ ਧਰਮ ਹੈ ਉਹ ਵੀ ਦੁੱਖ 'ਚੋਂ ਪੈਦਾ ਹੋਏ, ਕਿ ਦੁੱਖ ਨੇ ਬੰਦਿਆਂ ਨੂੰ ਸੋਚਣ ਲਈ ਮਜਬੂਰ ਕੀਤਾ। ਜਾਂ ਜਿਵੇਂ ਕਬੀਰ ਕਹਿੰਦੇ ਕਿ ਸਭ ਸੱਚ ਨਜ਼ਰੀ ਆਇਆ ਜਬ ਆਤਮ ਪਿਆ ਉਦਾਸ, ਕਿ ਅਸੀਂ ਉਦਾਸੀ ਵਿੱਚ ਜਾਂ ਦੁੱਖ ਵਿੱਚ ਅਸੀਂ ਇੱਕ ਅਸਲੀਅਤ ਦੇਖਦੇ ਹਾਂ। ਅਸੀਂ ਆਪਣੇ ਆਪ ਨਾਲ ਸਾਡੀ ਇੱਕ ਵੱਖਰੇ ਪਾਸਿਓਂ ਮੁਲਾਕਾਤ ਹੁੰਦੀ ਹੈ, ਜਾਂ ਅਸੀਂ ਦੋਸਤਾਂ ਨੂੰ ਜਾਂ ਪੂਰੀ ਜ਼ਿੰਦਗੀ ਨੂੰ ਸੋਚਦੇ ਹਾਂ। ਤੋ ਖੁਸ਼ੀ ਵਿੱਚ ਅਸੀਂ ਹੱਸਦੇ ਖੇਡਦੇ ਰਹਿੰਦੇ ਹਾਂ, ਸ਼ਾਇਦ ਅਸੀਂ ਉਹਨਾਂ ਬਹੁਤਾ ਗਹਿਰਾ ਨਹੀਂ ਸੋਚਦੇ। ਸਾਥੀਓ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਤੇ ਮੇਰੇ ਨਾਲ ਨੇ ਜਾਣੇ ਪਹਿਚਾਣੇ ਤੇ ਸਾਡੇ ਸਭ ਦੇ ਚਹੇਤੇ ਸ਼ਾਇਰ ਡਾਕਟਰ ਸੁਰਜੀਤ ਪਾਤਰ ਜੀ। ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਰਹੇਗਾ ਜਾਰੀ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਸੁਰਜੀਤ ਪਾਤਰ ਜੀ, ਤੁਹਾਡੇ ਮਾਪਿਆਂ ਨੂੰ ਕਦੋਂ ਪਤਾ ਚੱਲਿਆ ਕਿ ਤੁਸੀਂ ਕਵਿਤਾ ਲਿਖਦੇ ਹੋ? ਸ਼ਾਇਦ ਜਿਸ ਤਰ੍ਹਾਂ ਮੇਰੇ ਮਾਤਾ ਜੀ ਨੂੰ ਪਹਿਲਾਂ ਪਤਾ ਲੱਗਿਆ, ਕਿਉਂਕਿ ਮੇਰੇ ਪਿਤਾ ਜੀ ਬਾਹਰ ਸੀਗੇ, ਕੀਨੀਆ ਸੀ ਉਹ, ਜੰਜੀਬਾਰ ਸੀ ਪਹਿਲਾਂ। ਤੋ ਮਾਤਾ ਜੀ ਨੂੰ ਇੱਦਾਂ ਪਤਾ ਲੱਗਾ ਕਿ ਜਦੋਂ ਮੈਂ ਬਹੁਤ ਸਾਰੇ ਰਸਾਲੇ ਖਰੀਦਦਾ ਹੁੰਦਾ ਸੀ, ਉਦੋਂ 8 ਖਾਨੇ ਦਾ ਹੀ ਰਸਾਲਾ ਆਉਂਦਾ ਸੀ, ਅਤੇ ਮੇਰੀ ਬੀਜੀ ਨੇ ਕਹਿਣਾ ਵੀ ਤੂੰ ਬਹੁਤ ਖਰਚ ਕਰਦਾ ਇਹਨਾਂ ਰਸਾਲਿਆਂ 'ਤੇ।
ਤੇ ਫਿਰ ਇੱਕ ਵਾਰੀ ਮੇਰੀ ਕਵਿਤਾ ਛਪੀ ਤਾਂ ਮੈਨੂੰ 35 ਰੁਪਏ ਦਾ ਮਨੀ ਆਰਡਰ ਆਇਆ ਤੇ ਮੈਂ ਆਪਣੀ ਬੀਜੀ ਨੂੰ ਕਿਹਾ ਕਿ ਆ ਲਓ ਤੁਸੀਂ ਆਪਣੇ ਉਹ ਜਿਹੜੇ ਤੁਸੀਂ ਪੈਸੇ ਖਰਚਦੇ ਸੀ ਰਸਾਲਿਆਂ ਤੇ ਮੈਂ ਉਹਨਾਂ ਨੂੰ ਪੈਸੇ ਫੜਾਏ ਬੜੇ ਪਿਆਰ ਨਾਲ ਔਰ ਇਸ ਤਰ੍ਹਾਂ ਮਾਣ ਦੇ ਨਾਲ। ਤੋ ਲੇਕਿਨ ਉਹਨਾਂ ਨੂੰ ਵੀ ਮੈਂ ਕਦੀ ਕਵਿਤਾ ਆਪਣੀ ਸੁਣਾਈ ਨਹੀਂ ਇੱਦਾਂ ਕਿ ਸ਼ਾਇਦ ਉਹਨਾਂ ਨੂੰ ਮੇਰੇ ਮਨ ਸੀਗਾ ਕਿ ਮੈਂ ਕਵਿਤਾਵਾਂ ਕਈ ਵਾਰੀ ਆਪਣੇ ਤੱਕ ਰੱਖਣ ਲਈ ਮੇਰੇ ਮਨ 'ਚ ਇਹ ਰਹਿੰਦਾ ਕਿ ਮੈਂ ਜਿਵੇਂ ਕਿਹਾ ਵੀ ਸੀ ਕਿ ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਜ਼ਮਾਂ ਮਤਾਂ ਤੂੰ ਜਾਣ ਕੇ ਰੋਵੇਂ ਮੈਂ ਕਿਸ ਜਹਾਨ 'ਚ ਹਾਂ। ਤੋ ਮੇਰੇ ਪਿਤਾ ਜੀ ਨੂੰ ਤਾਂ ਬਹੁਤ ਫਿਰ ਲੇਟ ਪਤਾ ਲੱਗਿਆ ਜਦੋਂ ਉਹ 80 ਸਾਲ ਦੇ ਹੋ ਕੇ ਇੱਥੇ ਮੇਰੇ ਕੋਲ 10 ਸਾਲ ਆਪਣੀ ਉਮਰ ਦੇ ਆਖਰੀ ਸਾਲ ਇੱਥੇ ਰਹੇ ਅਤੇ ਉਦੋਂ ਉਹਨਾਂ ਨੂੰ ਪਤਾ ਲੱਗਿਆ। ਲੇਕਿਨ ਉਹਨਾਂ ਦਾ ਜਿਹੜਾ ਬਹੁਤ ਦਿਲਚਸਪੀ ਸੀ ਉਹ ਗੁਰਬਾਣੀ ਵਿੱਚ ਸੀ ਅਤੇ ਉਹਨਾਂ ਨੂੰ ਵੀ ਮੈਂ ਕਦੀ ਆਪਣੀ ਕਵਿਤਾ ਇੱਦਾਂ ਸੁਣਾ ਨਹੀਂ ਸਕਿਆ। ਅਤੇ ਬਾਕੀ ਮੇਰੀਆਂ ਭੈਣਾਂ ਨੂੰ ਪਤਾ ਸੀ ਤੋ ਜਾਂ ਖਾਸ ਕਰਕੇ ਮੇਰੇ ਜਿਹੜੇ ਛੋਟਾ ਬ੍ਰਦਰ ਹੈ ਉਪਕਾਰ ਸਿੰਘ ਉਹ ਤਾਂ ਕਾਫੀ ਚੀਜ਼ਾਂ ਮੇਰੀਆਂ ਗਜ਼ਲ ਜਾਂ ਗੀਤ ਉਹਨੇ ਗਾਏ ਵੀ ਆਏ। ਦਿਨ ਦੀਦਾਰ ਸਿੰਘ ਪਰਦੇਸੀ ਮੇਰੇ ਕਜ਼ਨ। ਸੋ ਮੇਰੀ ਸਭ ਕਵਿਤਾ ਦੇ ਸਭ ਤੋਂ ਜਿਹੜੇ ਵੱਡੇ ਪਾਠਕ ਨੇ ਉਹ ਤਾਂ ਮੇਰੇ ਦੋਨੋਂ ਭਰਾ ਹੀ ਨੇ ਉਪਕਾਰ ਅਤੇ ਦੀਦਾਰ। ਸੋ ਉਸ ਤੋਂ ਬਾਅਦ ਮੇਰੀ ਜੀਵਨ ਸਾਥਣ ਨੂੰ ਵੀ ਵਿਆਹ ਤੋਂ ਬਾਅਦ ਹੀ ਪਤਾ ਲੱਗਾ ਕਿ ਮੈਂ ਕਵਿਤਾ ਲਿਖਦਾ ਹਾਂ। ਸੋ ਬੱਚਿਆਂ ਨੂੰ ਵੀ ਇੱਦਾਂ ਹੀ ਸੋ ਹੌਲੀ ਹੌਲੀ ਸੋ ਇਸ ਤਰ੍ਹਾਂ ਦੀ ਯਾਨੀ ਸ਼ੁਰੂ 'ਚ ਮੇਰੇ ਜਿਹੜੇ ਜਿਵੇਂ ਭੈਣਾਂ ਨੂੰ ਅਤੇ ਮਾਤਾ ਪਿਤਾ ਨੂੰ ਤਾਂ ਬਹੁਤ ਦੇਰ ਬਾਅਦ ਪਤਾ ਲੱਗਾ। ਪਾਤਰ ਜੀ ਤੁਹਾਡਾ ਜਿਹੜਾ ਇੱਕ ਬੇਟਾ ਹੈਗਾ ਮਨਰਾਜ ਗਾਇਕ ਬਣਨਾ ਚਾਹੁੰਦਾ ਅਤੇ ਤੁਸੀਂ ਸੰਗੀਤਕਾਰ ਬਣਨਾ ਚਾਹੁੰਦੇ ਸੀਗੇ, ਕੀ ਇਹ ਵੀ ਸੰਭਾਵਨਾ ਹੈਗੀ ਹੈ ਵੀ ਤੁਸੀਂ ਮਨਰਾਜ ਦੇ ਗੀਤਾਂ ਨੂੰ ਸੰਗੀਤ ਦੇ ਦਿਓ? ਇਹ ਹੈ ਕਿ ਮਨਰਾਜ ਅਸਲ 'ਚ ਇਹ ਹੈ ਕਿ ਮਨਰਾਜ ਕੰਪੋਜ਼ ਵੀ ਆਪ ਕਰਦਾ ਕਿ ਜਿਸ ਤਰ੍ਹਾਂ ਕੋਈ ਚੀਜ਼ ਮੇਰੀ ਸਿਰਫ ਜਿਹੜੀ ਮੇਰੀ ਕੰਪੋਜੀਸ਼ਨ ਆ ਉਹ ਸਿਰਫ ਜਿਹੜੇ ਕੱਚ ਦਾ ਗਲਾਸ ਆ ਉਹ ਮੇਰੀ ਕੰਪੋਜੀਸ਼ਨ ਸੀ ਉਹਨੂੰ ਗਾਉਂਦਾ। ਲੇਕਿਨ ਉਹ ਤੋਂ ਬਾਅਦ ਜੋ ਕੁਛ ਵੀ ਉਹਨੇ ਗਾਇਆ ਉਹਨੇ ਆਪ ਹੀ ਕੰਪੋਜ਼ ਕੀਤਾ। ਬੇਸ਼ੱਕ ਉਹ ਸੂਫੀ ਚੀਜ਼ਾਂ ਸੀ ਜਾਂ ਜਿਵੇਂ ਮੇਰੀ ਉਹ ਗਜ਼ਲ ਵੀ ਹੈ ਕਿ ਨਿਤ ਸੂਰਜਾਂ ਨੇ ਚੜ੍ਹਨਾ ਸੂਰਜਾਂ ਨੇ ਲੈਣਾ ਉਹ ਉਹਨੇ ਆਪ ਹੀ ਕੰਪੋਜ਼ ਕੀਤੀ ਹੈ। ਤੋ ਲੇਕਿਨ ਹੋ ਸਕਦਾ ਕਿ ਕੁਛ ਮੇਰੀਆਂ ਕੰਪੋਜੀਸ਼ਨ ਵੀ ਕੀਤੀਆਂ ਮਨਰਾਜ ਗਾਵੇ, ਜਿਸ ਤਰ੍ਹਾਂ ਕੋਈ ਦੇਵ ਦਿਲਦਾਰ ਨੇ ਮੇਰੀਆਂ ਕੰਪੋਜੀਸ਼ਨ ਗਾਈਆਂ। ਤੋ ਲੇਕਿਨ ਮੈਨੂੰ ਅੱਛਾ ਲੱਗਦਾ ਉਹ ਸਵੇਰੇ ਉੱਠ ਕੇ ਰਿਆਜ਼ ਕਰਦਾ ਤਾਂ ਮੈਨੂੰ ਬਹੁਤ ਇੱਕ ਰੂਹਾਨੀ ਕਿਸਮ ਦੀ ਖੁਸ਼ੀ ਜਿਹੀ ਹੁੰਦੀ ਹੈ ਜਦੋਂ ਉਹਦੀ ਸਵੇਰੇ ਆਵਾਜ਼ ਆਉਂਦੀ ਆ ਰਿਆਜ਼ ਦੀ। ਤੋ ਮੇਰੇ ਲਈ ਉਹ ਪਲ ਬਹੁਤ ਕਾਵਿਕ ਔਰ ਬਹੁਤ ਮੋਹ ਲੈਣ ਵਾਲੇ ਹੁੰਦੇ। ਤੁਹਾਡੀ ਆਵਾਜ਼ ਦੇ ਵਿੱਚ ਹੁਣ ਕੋਈ ਤੁਹਾਡੀ ਐਲਬਮ ਆਉਣ ਵਾਲੀ ਹੋਵੇ? ਮੇਰੀ ਬਸ ਅਸਲ 'ਚ ਜਿਹੜੀ ਚੱਜ ਨਾਲ ਐਲਬਮ ਆਈ ਸੀ ਉਹ ਤਾਂ ਸੀ ਬਿਰਖ ਜੋ ਸਾਜ਼ ਹੈ। ਉਸ ਤੋਂ ਬਾਅਦ ਉਦਾਸ ਦੋਸਤ ਤੋਂ ਮੈਂ ਕੀਤੀ ਸੀ ਰਿਕਾਰਡਿੰਗ ਉਹਦੀ ਕੀਤੀ, ਲੇਕਿਨ ਕੁਛ ਉਹ 'ਚ ਮਸਲੇ ਇੱਦਾਂ ਰਹਿ ਗਏ। ਕੁਛ ਮੈਂ 2 ਰਿਕਾਰਡਿੰਗਸ ਮੈਨੂੰ ਵੀ ਖੁਦ ਸੀ ਕਿ ਮੈਂ ਇਹਨੂੰ ਰੀ ਰਿਕਾਰਡ ਕਰਾਂ। ਤੋ ਫਿਰ ਉਹ ਤੋਂ ਬਾਅਦ ਮੇਰੀ ਇੱਦਾਂ ਦੀ ਗੱਲ ਹੋਈ ਕਿ ਮੈਂ ਕਿਸੇ ਕੰਪਨੀ ਨੇ ਮੈਨੂੰ ਕਿਹਾ ਕਿ ਅਸੀਂ ਇਹਨੂੰ ਲੈ ਕੇ ਆਵਾਂਗੇ, ਲੇਕਿਨ ਉਹ ਅਜੇ ਵਿਚਕਾਰ ਹੀ ਆ। ਲੇਕਿਨ ਹੁਣ ਮੈਂ ਜਿੱਦਾਂ ਹੁਣ ਜਦੋਂ ਨਵੇਂ ਰਿਕਾਰਡਿੰਗ ਦੇ ਮਾਧਿਅਮ ਜਾਂ ਕੁਛ ਆਸਾਨੀ ਹੋ ਗਈ ਹੈ ਤਾਂ ਮੇਰੇ ਮਨ 'ਚ ਹੈ ਕਿ ਮੈਂ ਆਪਣੀਆਂ ਚੀਜ਼ਾਂ ਜ਼ਰੂਰ ਰਿਕਾਰਡ ਕਰਾਂ, ਕਿਉਂਕਿ ਕਵੀ ਦੀ ਆਵਾਜ਼ 'ਚ ਇੱਕ ਐਸੀ ਗੱਲ ਹੁੰਦੀ ਕਿ ਉਹ ਕਿਉਂਕਿ ਉਹਨੂੰ ਪਤਾ ਕਿ ਕਿੱਥੇ ਉਹਨੇ ਪੌਜ਼ ਦੇਣਾ ਕਿੱਥੇ ਠਹਿਰਨਾ। ਤਾਂ ਮੇਰੀ ਇਸ ਗੱਲ 'ਚ ਦਿਲਚਸਪੀ ਹੈ ਕਿ ਮੈਂ ਹੁਣ ਜਿੱਦਾਂ ਕਿਤਾਬਾਂ ਵਾਂਗ ਆਪਣੀਆਂ ਕੋਈ ਸੀਰੀਜ਼ ਵੀ ਜ਼ਰੂਰ ਉਹਨਾਂ ਨੂੰ ਪ੍ਰੋਡਿਊਸ ਕਰਾਂ। ਇੱਕ ਦਿਨ ਦੇ ਵਿੱਚ ਜਿਹੜਾ ਤੁਹਾਡਾ ਕਿਹੋ ਜਿਹਾ ਰੂਟੀਨ ਹੈ ਵੀ ਇੱਕ ਦਿਨ 'ਚ ਐਵਰੇਜ ਤੁਸੀਂ ਕਿੰਨਾ ਕੁ ਸਮਾਂ ਲਿਖਣ ਪੜ੍ਹਨ ਨੂੰ ਦਿੰਦੇ ਹੋ? ਮੈਂ ਇਸ ਗੱਲੋਂ ਕੋਈ ਬਹੁਤਾ ਔਰਗਨਾਈਜ਼ਡ ਬੰਦਾ ਨਹੀਂ ਹਾਂ ਅਤੇ ਨਾ ਮੇਰਾ ਕੋਈ ਇੱਦਾਂ ਦਾ ਨੀਅਤ ਸਮਾਂ ਹੈ। ਕਦੀ ਮੈਂ ਪੜ੍ਹਨ ਲੱਗ ਪਿਆ ਕਦੀ ਲਿਖਣ ਲੱਗ ਪਿਆ, ਤੋ ਇੱਦਾਂ ਦਾ ਨਹੀਂ ਮੇਰਾ ਕੋਈ ਫਿਕਸ ਮੈਂ ਇੰਨੇ ਵਜੇ ਪੜ੍ਹਨਾ ਸ਼ੁਰੂ ਕਰਦਾ ਜਾਂ ਲਿਖਣਾ ਸ਼ੁਰੂ ਕਰਦਾ। ਸੋ ਇਸ ਪੱਖੋਂ ਇੱਦਾਂ ਹੈ ਕਿ ਮੇਰੇ ਖਿਆਲ 'ਚ ਵੱਧ ਤੋਂ ਵੱਧ ਮੈਂ ਜੇ ਲਿਖਣ ਨੂੰ ਟਾਈਮ ਦਿੰਦਾ ਹਾਂ। ਲਿਖਣ ਬਹੁਤ ਮੈਂ ਕਈ ਵਾਰ ਜਦੋਂ ਮੈਂ ਨਜ਼ਮ ਨਹੀਂ ਲਿਖ ਰਿਹਾ ਤਾਂ ਮੇਰਾ ਹੁੰਦਾ ਕਿ ਮੈਂ ਕੋਈ ਅਨੁਵਾਦ ਹੀ ਕਰਾਂ ਜਾਂ ਮੈਂ ਕੋਈ ਵਾਰਤਕ ਲਿਖਾਂ ਜਾਂ ਪੜ੍ਹਦਾ ਰਹਾਂ ਜਾਂ ਫਿਰ ਮੇਰਾ ਕੁਛ ਹੁੰਦਾ ਕਿ ਸੰਗੀਤ ਸੁਣਨ 'ਚ ਜਾਂ ਖੁਦ ਮੈਂ ਕਈ ਵਾਰੀ ਹਾਰਮੋਨੀਅਮ ਲੈ ਕੇ ਬੈਠ ਜਾਂਦਾ
ਉਹਦੇ ਆਪਣੇ ਸ਼ੌਕ ਵਜੋਂ। ਤੋ ਮੇਰਾ ਸਾਰਾ ਸਮਾਂ ਲੰਘਦਾ ਤਾਂ ਇਹਨਾਂ ਗੱਲਾਂ ਵਿੱਚ ਹੀ ਆ। ਤੋ ਲੇਕਿਨ ਇੱਦਾਂ ਮੈਨੂੰ ਕੋਈ ਇਹ ਨਿਯਤ ਸਮਾਂ ਨਹੀਂ ਹੈ। ਤੁਹਾਡੇ ਉੱਪਰ ਕਿਹੜੇ ਕਵੀ ਦਾ ਪ੍ਰਭਾਵ ਸਭ ਤੋਂ ਜ਼ਿਆਦਾ, ਜੇ ਕਿਸ ਤੋਂ ਪ੍ਰੇਰਿਤ ਹੋ ਤੁਸੀਂ? ਇਹ ਸੀ ਕਿ ਇਹ ਉਮਰ ਨਾਲ ਸਮੇਂ ਨਾਲ ਬਹੁਤ ਕੁਝ ਬਦਲਦਾ। ਕਿ ਜਦੋਂ ਮੈਂ ਕਪੂਰਥਲੇ ਕਾਲਜ 'ਚ ਪੜ੍ਹਦਾ ਸੀ ਅਤੇ ਮੈਨੂੰ ਬਾਬਾ ਬਲਵੰਤ ਬਹੁਤ ਪੋਇਟ, ਮਤਲਬ ਮੈਂ ਉਹਨਾਂ ਦੀ ਲਫ਼ਜ਼ਾਂ ਤੋਂ ਔਰ ਉਹਨਾਂ ਦੇ ਜਿਹੜੇ ਉਹਨਾਂ ਦੇ ਬਹਿਰਾਂ ਸੀ, ਉਹਨਾਂ ਦੀ ਮਿਊਜ਼ੀਕੈਲਿਟੀ ਮੈਨੂੰ ਬਹੁਤ ਮੁਤਾਸਿਰ ਕਰਦੀ ਸੀ। ਜਿਵੇਂ ਦਾ ਸੀਗਾ ਕਿ ਲੰਘ ਗਏ ਹਨ ਊਠਾਂ ਵਾਲੇ ਅਰਸ਼ਾਂ ਤੱਕ ਪਰਛਾਵੇਂ ਪਾ ਕੇ, ਮਾਰੂ ਥਲ ਦੇ ਥੰਮ ਹਿਲਾ ਕੇ। ਸੋ ਉਹ ਮੇਰੇ ਪਹਿਲਾ ਇੱਕ ਤਰ੍ਹਾਂ, ਜਿਸ ਤਰ੍ਹਾਂ ਮੈਂ ਜਿਹੜਾ ਮੇਰਾ ਪਹਿਲੇ ਕਵੀ ਨੇ ਮੈਨੂੰ ਬਹੁਤ ਟੁੰਬਿਆ ਸੀ, ਉਹ ਬਾਬਾ ਬਲਵੰਤ ਸੀ। ਫਿਰ ਉਸ ਤੋਂ ਬਾਅਦ ਜਿੱਦਾਂ ਸਾਡੇ ਪਾਸੇ ਹਰਭਜਨ ਸਿੰਘ, ਮੀਸ਼ਾ, ਇਹ ਪੋਇਟ ਸੀ। ਤੋ ਸ਼ਿਵ ਕੁਮਾਰ ਬਟਾਲਵੀ ਇੱਦਾਂ ਸੀ ਕਿ ਮੈਂ ਸ਼ਿਵ ਕੁਮਾਰ ਬਟਾਲਵੀ ਦੀ ਜਿਹੜੀ ਮੰਨ ਲਓ ਕਿ ਉਹਦੀ ਮਹਾਨਤਾ, ਉਹਨੂੰ ਮੈਂ ਦੇਰ ਬਾਅਦ ਇੱਦਾਂ ਪਛਾਣਿਆ ਕਿ ਮੈਂ ਉਹਨੂੰ ਜਾਣੀ, ਕਿਉਂਕਿ ਜਿਹੜੀ ਮੇਰੀ ਸੈਂਸੀਬਿਲਿਟੀ ਸੀ ਉਹ ਬਹੁਤ ਵੱਖਰੀ ਸੀ। ਕਿ ਜਿਵੇਂ ਮੰਨ ਲਓ ਸੋਚ ਕੇ ਸੰਵੇਦਨਾ, ਜਿਵੇਂ ਉਹਦੇ ਵਿੱਚ ਰੋਮਾਂਸ ਹੈ ਜਾਂ ਮੌਤ ਦਾ ਇੱਕ ਮੌਤ ਨਾਲ ਪਿਆਰ ਹੈ, ਜਾਂ ਉਹ ਮੇਰੀ ਕਵਿਤਾ 'ਚ ਨਹੀਂ ਸੀ। ਮੇਰੇ ਬਿਲਕੁਲ ਵੱਖਰੀ ਸੰਵੇਦਨਾ ਸੀ। ਲੇਕਿਨ ਮੈਂ ਉਹਦੀ ਜਿਹੜੀ ਪੰਜਾਬੀ ਕਵਿਤਾ ਨੂੰ ਦੇਣ ਜਾਂ ਪੰਜਾਬੀ ਪਾਠਕਾਂ ਨੂੰ, ਉਹਦੀ ਸਰੋਤਿਆਂ ਨੂੰ ਮੋਹਣ ਦੀ ਸ਼ਕਤੀ, ਉਹਦਾ ਮੈਂ ਹਮੇਸ਼ਾ ਕਾਇਲ ਰਿਹਾ। ਲੇਕਿਨ ਜਦੋਂ ਫਿਰ ਮੈਂ ਪਟਿਆਲੇ ਆ ਗਿਆ, ਤਾਂ ਫਿਰ ਮੇਰਾ ਰੁਝਾਨ ਪੰਜਾਬੀ ਤੋਂ ਇਲਾਵਾ ਜਿਵੇਂ ਹਿੰਦੀ ਦੇ ਕਵੀ ਸੀ ਧਰਮਵੀਰ ਭਾਰਤੀ, ਜਿਹਨਾਂ ਮੈਂ ਪਹਿਲਾਂ ਹੀ ਕਪੂਰਥਲੇ ਹੋ ਗਿਆ ਸੀ ਲੇਕਿਨ ਉਹਨਾਂ ਤੋਂ, ਲੇਕਿਨ ਗਾਲਿਬ, ਇਕਬਾਲ, ਫਿਰ ਇਸ ਤਰ੍ਹਾਂ ਹੀ ਬ੍ਰੈਖਤ ਮੈਂ ਕਾਫੀ ਪੜ੍ਹਿਆ, ਅਨੁਵਾਦ ਵੀ ਕੀਤਾ। ਇਹਦੇ ਲੋਰਕਾ ਦੇ ਨਾਟਕ, ਗ੍ਰੀਕ ਦੁਖਾਂਤ। ਸੋ ਇਸ ਤਰ੍ਹਾਂ ਸਮੇਂ ਨਾਲ ਜਿਹੜੇ ਪ੍ਰਭਾਵ ਮੇਰੇ 'ਤੇ ਬਦਲਦੇ ਰਹੇ। ਅਤੇ ਇੱਦਾਂ ਮੈਂ ਕੋਈ ਇੱਕ ਕਵੀ ਸ਼ਾਇਦ ਨਹੀਂ ਦੱਸਦਾ ਕਿ ਮੈਂ ਉਸ ਕਵੀ ਤੋਂ ਬਹੁਤ ਪ੍ਰਭਾਵਿਤ ਹੋਇਆ। ਤੁਹਾਡੇ ਜਿਹੜੇ ਜਜ਼ਬਾਤ ਨੇ ਹੁਣ ਤੱਕ ਸਭ ਤੋਂ ਵੱਧ ਕੌਣ ਸਮਝ ਸਕਿਆ? ਮੇਰੇ ਜਜ਼ਬਾਤ ਮੈਂ ਇਹੀ ਕਹਿੰਦਾ ਹੁੰਦਾ ਵੀ ਸ਼ਾਇਦ ਮੇਰੀ ਕਵਿਤਾ ਮੇਰੀ ਸਭ ਤੋਂ ਵੱਡੀ ਰਾਜਦਾਨ ਆ। ਕਿ ਕਵਿਤਾ ਨੂੰ ਬੰਦਾ ਜੋ ਕਿਸੇ ਨੂੰ ਵੀ ਨਹੀਂ ਦੱਸਦਾ, ਉਹ ਵੀ ਕਵਿਤਾ ਨੂੰ ਦੱਸਦਾ। ਕਈ ਵਾਰੀ ਜੋ ਆਪਣੇ ਆਪ ਨੂੰ ਵੀ ਨਹੀਂ ਦੱਸਦਾ, ਉਹ ਵੀ ਕਵਿਤਾ ਨੂੰ ਦੱਸਦਾ। ਸੋ ਮੈਂ ਇੱਦਾਂ ਸਮਝਦਾ ਕਿ ਮੇਰੀ ਕਵਿਤਾ ਹੀ ਸਭ ਤੋਂ ਵੱਡੀ ਮੇਰੀ ਰਾਜਦਾਨ। ਤੁਹਾਡੀ ਜਿਹੜੀ ਇੱਕ ਬੜੀ ਮਸ਼ਹੂਰ ਕਵਿਤਾ, ਕੁਝ ਕਿਹਾ ਤਾਂ ਹਨੇਰਾ ਜ਼ਰੇਗਾ ਕਿਵੇਂ, ਬਹੁਤ ਸਾਰੇ ਜਿਹੜੇ ਲੋਕ ਨੇ ਇਸ ਕਵਿਤਾ ਦੇ ਸ਼ਬਦਾਂ ਨੂੰ ਹਕੂਮਤ ਦੀ ਧੱਕੇਸ਼ਾਹੀ ਜਾਂ ਨਿਆਂ ਪ੍ਰਣਾਲੀ 'ਤੇ ਚੋਟ ਕਰਨ ਦੇ ਰੂਪ ਵਿੱਚ ਦੇਖਦੇ ਨੇ। ਤੁਸੀਂ ਇਹ ਕਵਿਤਾ ਜਿਹੜੀ ਆ ਕਿਸ ਭਾਵਨਾ ਨਾਲ ਲਿਖੀ ਸੀ? ਇਹ ਕਵਿਤਾ ਮਤਲਬ ਠੀਕ ਹੀ ਆ। ਮੈਂ ਸਮਝਦਾ ਕਿ ਮੈਂ ਜਦੋਂ ਇਹ ਲਿਖੀ ਤਾਂ ਉਹ ਦਿਨ ਸੀ ਐਮਰਜੈਂਸੀ ਦੇ, ਮੇਰੇ ਖਿਆਲ 'ਚ ਸੰਨ 76 ਹੋਏਗਾ ਹੈ ਨਾ। ਤਾਂ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਸੀ ਕਿ ਮੈਂ ਕਚਹਿਰੀ ਵਿੱਚੋਂ ਹੀ ਲੰਘ ਰਿਹਾ ਸੀ, ਅਤੇ ਮੇਰੇ ਮਨ 'ਚ ਜਿਸ ਤਰ੍ਹਾਂ ਆਏ, ਮੈਂ ਉਹ ਦਰੱਖਤ ਦੇਖੇ, ਅਤੇ ਮੈਂ ਤਾਂ ਉਹਦੇ ਵਿੱਚ ਸਾਰੀ ਜਿਹੜੀ ਬਿੰਬਾਵਲੀ ਆ ਉਹ ਇਹੀ ਆ ਵੀ ਉਹ ਅਦਾਲਤ 'ਚੋਂ ਸ਼ੁਰੂ ਹੁੰਦੀ ਹੈ ਕਿ ਅਦਾਲਤ 'ਚ ਇਨਸਾਫ ਨਹੀਂ। ਫਿਰ ਮੈਂ ਉਹਨਾਂ ਲੋਕਾਂ ਵੱਲ ਜਿਹੜੇ ਯਾਰ ਮੇਰੇ ਜੋ ਅਹਿਸਾਸ 'ਤੇ ਮਰ ਗਏ, ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ। ਕਿ ਜੋ ਉਹ ਲੋਕ ਜਿਹੜੇ ਇਹ ਲੋਕ ਰਾਜ ਦੇ ਰਾਹ ਤੋਂ ਅਲੱਗ ਹੋ ਕੇ ਉਂਝ ਸਟਰਗਲ ਦੇ ਰਾਹ 'ਤੇ ਤੁਰੇ, ਉਹ ਵੀ ਉਸ ਲਹਿਰ ਵਿੱਚ ਵੀ ਫਿਰ ਪਤਨ ਆ ਗਿਆ, ਔਰ ਉਹਨਾਂ ਲੋਕਾਂ ਦਾ ਵੀ ਜ਼ਿਕਰ ਆ। ਫਿਰ ਵਿਦੇਸ਼ ਨੂੰ ਚਲੇ ਗਏ ਇੱਦਾਂ। ਸੋ ਇੱਕ ਤਰ੍ਹਾਂ ਉਹ ਸਾਰੀ ਮੇਰੀ ਜੋ ਦੇਸ਼ ਦਾ ਇੱਕ ਤਰ੍ਹਾਂ ਹਾਲਾਤ ਆ, ਰਾਜਸੀ ਹਾਲਾਤ, ਅਤੇ ਉਹਨਾਂ ਬਾਰੇ ਹੀ ਆ ਉਹ ਸਾਰੀ ਗਜ਼ਲ। ਇਸ ਕਵਿਤਾ ਨੂੰ ਜਾਂ ਤੁਹਾਡੀਆਂ ਹੋਰ ਕੁਝ ਕਵਿਤਾਵਾਂ ਨੂੰ ਲੈ ਕੇ ਕੁਝ ਤੁਹਾਡੇ ਆਲੋਚਕ ਨੇ ਜਿਹੜੇ, ਉਹ ਇਹ ਕਹਿੰਦੇ ਆ ਕਿ ਤੁਸੀਂ ਦੁਬਿਧਾਪੂਰਨ ਸ਼ਾਇਰ ਹੋ, ਕੀ ਕਹੋਗੇ? ਉਹ ਇੱਦਾਂ ਹੀ ਆ ਦੁਬਿਧਾਪੂਰਨ। ਤਾਂ ਮੈਂ ਸਮਝਦਾ ਕਿ ਜਿੱਦਾਂ ਮੰਨ ਲਓ ਇੱਥੇ ਮੈਂ ਸ਼ੁਰੂ ਕਰਨਾ ਵੀ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਹੈ ਨਾ। ਇੱਥੇ ਇੱਕ ਦੁਬਿਧਾ, ਅਤੇ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਕਿ ਮਤਲਬ ਮੈਂ ਕਵਾਂ ਕਿ ਨਾ ਕਵਾਂ। ਲੇਕਿਨ ਉਹ ਤੋਂ ਬਾਅਦ ਮੈਂ ਸਾਰਾ ਕੁਛ ਹੀ ਕਿਹਾ। ਸੋ ਦੁਬਿਧਾ ਮੇਰੀ ਪਹਿਲੇ ਮਤਲਬ ਵਿੱਚ ਹੀ ਆ। ਉਸ ਤੋਂ ਬਾਅਦ ਮੈਂ ਹਰ ਗੱਲ ਕਹਿਣਾ। ਸੋ ਇੱਦਾਂ ਹੀ ਜਿਵੇਂ ਇੱਕ ਜਗ੍ਹਾ ਫਰੀਦ ਜੀ ਕਹਿੰਦੇ ਕਿ ਵੀ ਫਰੀਦਾ ਗਲੀਏ ਚਿੱਕੜ ਦੂਰ ਕਰ,
ਨਾਲ ਪਿਆਰੇ ਨੇ ਹੋ ਚਲਾਂ ਤਾਂ ਭੀਜੇ ਕੰਬਲੀ ਰਾਹਾਂ ਤਾਂ ਟੁੱਟੇ ਨੇ। ਉਹਨਾਂ ਦੇ ਮਨ 'ਚ ਦੁਬਿਧਾ ਪੈਦਾ ਹੁੰਦੀ ਕਿ ਮੈਂ ਜਿਵੇਂ ਜਾਨਾ ਤਾਂ ਮੇਰੀ ਕੰਬਲੀ ਭੇਜਦੀ ਹੈ, ਜਿਵੇਂ ਰਹਿਣਾ ਤਾਂ ਨਿਉ ਟੁੱਟਦਾ। ਅਤੇ ਫਿਰ ਉਹ ਤਾਂ ਉਦੋਂ ਕਹਿੰਦੇ ਆ ਕਿ ਭਿੱਜੋ ਸਿੱਜੋ ਕੰਬਲੀ ਅੱਲਾ ਬਰਸੇ ਮਿਓ ਜਾਏ ਮਿਲਾਂ ਤਾਂ ਨਾ ਸੱਜਣਾ ਟੁੱਟੇ ਨਾ ਹੀ ਨਿਉ। ਦੂਜੇ ਕਹਿੰਦੇ ਕਿ ਕੋਈ ਨਹੀਂ ਕੰਬਲੀ ਨੂੰ ਭਿੱਜ ਲੈਣ ਦਿਓ, ਮੈਂ ਤਾਂ ਜਾਣਾ ਹੀ ਹਾਂ। ਸੋ ਮੇਰੇ ਖਿਆਲ 'ਚ ਉਹ ਇੱਕ ਦੁਬਿਧਾ ਇਹਦੇ ਵਿੱਚ ਇੱਕ ਟੈਕਨੀਕ ਦੇ ਤੌਰ 'ਤੇ ਇਸਤੇਮਾਲ ਹੋਈ ਹੈ, ਜਾਂ ਇੱਕ ਮਨ ਦੀ ਅਵਸਥਾ ਹੈ ਕਿ ਜਦੋਂ ਮੈਂ ਸ਼ੁਰੂ ਕਰਦਾ ਅਤੇ ਉਦੋਂ ਮੈਂ ਸੋਚਦਾ, ਜਿਵੇਂ ਬੁੱਲ੍ਹੇ ਸ਼ਾਹ ਵੀ ਕਹਿੰਦਾ ਕਿ ਝੂਠ ਆਖਾਂ ਤਾਂ ਕੁਛ ਬਚਦਾ ਏ, ਸੱਚ ਆਖਿਆਂ ਭਾਂਬੜ ਮੱਚਦਾ। ਉਹ ਵੀ ਸੋਚਦੇ ਆ ਕਿ ਵੀ ਝੂਠ ਕਹਿੰਦਿਆਂ ਤਾਂ ਬਚਾਅ ਹੁੰਦਾ, ਲੇਕਿਨ ਮੈਂ ਸੱਚ ਕਹਿ। ਫਿਰ ਉਹ ਕਹਿੰਦੇ ਕਿ ਜੱਕ ਜੱਕ ਕੇ ਜੀਭਾ ਕਹਿੰਦੀ ਏ ਮੂੰਹ ਆਈ ਬਾਤ ਨਾ ਰਹਿੰਦੀ ਹੈ। ਸੋ ਇਹ ਇੱਕ ਇਹਨੂੰ ਮੈਂ ਇਸ ਤਰ੍ਹਾਂ ਦੀ ਚੀਜ਼ ਮੰਨਦਾ ਕਿ ਵੀ ਇਹ ਇੱਕ ਜਦੋਂ ਆਪਾਂ ਕੋਈ ਗੱਲ ਮੰਨ ਲਓ ਕਿ ਜਿਸ ਗੱਲ ਨੂੰ ਕਹਿਣ ਤੋਂ ਤੁਸੀਂ ਝਿਜਕ ਰਹੇ ਹੋ ਅਤੇ ਤੁਸੀਂ ਉਹਨੂੰ ਆਰੰਭ ਕਰਨ ਲੱਗਿਆ ਇੱਕ ਤਰ੍ਹਾਂ ਤੁਹਾਡੀ ਇੱਕ ਆਦਿਕਾ ਹੈ। ਤੋ ਮੈਂ ਇਹਨੂੰ ਇਸ ਤਰ੍ਹਾਂ ਨਹੀਂ ਸਮਝਦਾ ਕਿ ਉਹ ਕੋਈ ਉਹ ਦੁਬਿਧਾ ਦਾ ਰੂਪ ਹੈ ਇਸ ਗਜ਼ਲ ਵਿੱਚ ਖਾਸ ਤੌਰ 'ਤੇ। ਪਾਤਰ ਜੀ, ਜਿਹੜੀ ਪੰਜਾਬੀ ਭਾਸ਼ਾ ਬਾਰੇ ਆਮ ਬੜੀ ਚਿੰਤਾ ਪ੍ਰਗਟਾਈ ਜਾਂਦੀ ਹੈ ਵੀ ਇਹ ਭਾਸ਼ਾ ਖਤਰੇ 'ਚ ਹੈ, ਕੀ ਮੰਨਦੇ ਹੋ? ਭਵਿੱਖ ਲੱਗਦਾ ਤੁਹਾਨੂੰ ਕਿ ਸੱਚੀ ਉਹ ਖਤਰੇ 'ਚ ਹੈ? ਦੇਖੋ ਇੱਦਾਂ ਮੈਂ ਵੀ ਬਹੁਤ ਸਾਰੀਆਂ ਚੀਜ਼ਾਂ ਭਾਸ਼ਾ ਬਾਰੇ ਮੈਂ ਇੱਦਾਂ ਵੀ ਲਿਖੀ ਕਿ ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ, ਪਰ ਉਹਦਾ ਮੈਂ ਸ਼ੁਰੂ ਇੱਦਾਂ ਕੀਤੀ, ਪਰ ਅਖੀਰ 'ਤੇ ਮੈਂ ਇੱਦਾਂ ਲਿਖਿਆ ਕਿ ਭਈ ਇਹ ਵੀ ਹੋਸਦਾ ਕਿ ਮਾਰਨਹਾਰ ਹਾਲਤਾਂ ਦਾ ਟਾਕਰਾ ਕਰਨ ਲਈ ਹੋਰ ਵੀ ਜੀਵੰਤ ਹੋ ਉੱਠੇ ਮੇਰੀ ਭਾਸ਼ਾ। ਕਿ ਇਹ ਸੰਭਾਵਨਾ ਹੈ ਕਿ ਜਦੋਂ ਕਿਸੇ ਭਾਸ਼ਾ ਦੀ ਆਸ-ਪਾਸ ਉਹਨੂੰ ਮਾਰਨ ਦੇ ਹਾਲਾਤ ਹੋਣ ਅਤੇ ਉਹ ਭਾਸ਼ਾ ਉਸ ਹੋਰ ਵੀ ਜੀਣ ਜੋਗੀ ਵੀ ਹੋ ਸਕਦੀ ਹੈ ਕਿ ਉਹਨਾਂ ਵੰਗਾਰਾਂ ਦਾ ਮੁਕਾਬਲਾ ਕਰਨ ਲਈ। ਕਿ ਖਤਰੇ ਜ਼ਰੂਰ ਸੱਚੇ ਨੇ, ਜਿੱਦਾਂ ਮਤਲਬ ਜੇ ਮੰਨ ਲਓ ਕਿ ਸਾਡੇ ਬੱਚੇ ਗਾਂਹ ਪੰਜਾਬੀ ਨਹੀਂ ਪੜ੍ਹਨਗੇ ਤਾਂ ਇਹ ਹੁਣ ਜਿਹੜੀ 13 ਕਰੋੜਾਂ ਲੋਕਾਂ ਦੀ ਭਾਸ਼ਾ ਹੈ ਇਹੋ ਖਤਮ ਵੀ ਹੋ ਸਕਦੀ ਹੈ ਕਿ ਜੇ ਅਗਲੀ ਪੁਸ਼ਤ ਨਹੀਂ ਪੜ੍ਹਦੀ। ਤਾਂ ਦੂਜੀ ਗੱਲ ਇਹ ਕਿ ਸਿਰਫ ਪੰਜਾਬੀ ਨੂੰ ਇਹ ਸਾਰੀ ਦੁਨੀਆ ਦੀਆਂ ਭਾਸ਼ਾਵਾਂ ਇਹ ਖਤਰਾ ਮਹਿਸੂਸ ਕਰ ਰਹੀਆਂ, ਅੰਗਰੇਜ਼ੀ ਨੂੰ ਛੱਡ ਕੇ। ਕਿ ਸਾਰੀਆਂ ਯੂਰਪੀਅਨ ਭਾਸ਼ਾਵਾਂ ਵੀ, ਮੈਂ ਇੱਕ ਪੜ੍ਹਿਆ ਜਰਮਨੀ ਦਾ ਮੈਂ ਆਰਟੀਕਲ ਪੜ੍ਹ ਰਿਹਾ ਸੀਗਾ ਅਤੇ ਉਹ ਕਹਿੰਦਾ ਵੀ ਸਾਡੇ ਜਰਮਨ ਸਕਾਲਰਸ ਅੱਜ ਕੱਲ੍ਹ ਜਰਮਨ 'ਚ ਲਿਖਣ ਨਾਲੋਂ ਚਾਹੁੰਦੇ ਕਿ ਸਾਡੇ ਆਰਟੀਕਲ ਇੰਗਲਿਸ਼ 'ਚ ਛਪਣ, ਕਿ ਉਹ ਜਰਮਨ ਵਰਗੀ ਭਾਸ਼ਾ ਨੂੰ ਵੀ ਇੱਕ ਖਤਰਾ ਮਹਿਸੂਸ ਹੋ ਰਿਹਾ। ਸੋ ਇਹ ਖਤਰੇ ਤਾਂ ਜ਼ਰੂਰ ਸੱਚੇ ਨੇ। ਆਪਾਂ ਜੋ ਹਾਲਾਤ ਦੇਖ ਰਹੇ ਹਾਂ, ਜਾਣੀ ਕਿ ਜਿਸ ਤਰ੍ਹਾਂ ਇੱਕ ਭਾਸ਼ਾਵਾਂ ਦੀ ਹਾਇਰਾਰਕੀ ਵੀ ਬਣ ਰਹੀ ਆ ਕਿ ਵੀ ਦਰਜਾਬੰਦੀ ਵੀ ਆ ਭਾਸ਼ਾ ਉੱਤੇ ਆ, ਉਹ ਤੋਂ ਥੱਲੇ ਆ। ਸਾਡੇ ਸਕੂਲਾਂ 'ਚ ਜੋ ਹਾਲ ਹੈ ਕਿ ਬੱਚਿਆਂ ਨੂੰ ਪੰਜਾਬੀ ਬੋਲਣ 'ਤੇ ਜੁਰਮਾਨਾ ਵੀ ਹੁੰਦਾ, ਇਹੋ ਜਿਹੇ ਸਕੂਲਾਂ ਦੀ। ਸੋ ਉਹ ਸਾਨੂੰ ਜ਼ਰੂਰ ਇਹਨਾਂ ਖਤਰਿਆਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ। ਔਰ ਸਾਨੂੰ ਜਾਣੀ ਇੱਕ ਤਾਂ ਇਸ ਲੈਵਲ 'ਤੇ ਕਿ ਸਾਡੇ ਹਰ ਬੱਚਾ ਪਹਿਲੀ ਜਮਾਤ ਤੋਂ ਪੰਜਾਬੀ ਪੜ੍ਹੇ ਤਾਂ ਫਿਰ ਇਸ ਭਾਸ਼ਾ ਦਾ ਜਾਣੀ ਫਿਰ ਅਸੀਂ ਕਹਿ ਸਕਦੇ ਇਸ ਨੂੰ ਕੋਈ ਖਤਰਾ ਨਹੀਂ। ਦੂਜਾ ਹੈ ਕਿ ਅਸੀਂ ਆਪਣੇ ਬੋਲ ਚਾਲ ਵਿੱਚ ਆਦਤ ਬਣਾਈਏ ਕਿ ਅਸੀਂ ਸਾਡੇ ਮਨ 'ਚ ਕੋਈ ਹੀਣਤਾ ਦੀ ਭਾਵਨਾ ਨਾ ਹੋਵੇ। ਤੀਜਾ ਹੈ ਕਿ ਹੁਣ ਮੰਨ ਲਓ ਅਸੀਂ ਬੋਲਦੇ ਵੀਰੇ ਪਰ ਸਾਰਾ ਕੁਝ ਲਿਖਿਆ ਅਸੀਂ ਅੰਗਰੇਜ਼ੀ ਵਿੱਚ, ਮੰਨ ਲਓ ਅਸੀਂ ਕਹਿੰਦੇ ਜੀ ਪੰਜਾਬੀ 'ਚ ਗੱਲਬਾਤ ਕਰ ਲਓ, ਲੇਕਿਨ ਜਿਵੇਂ ਗੰਭੀਰ ਲੇਖ ਨੇ ਮਨੋਵਿਗਿਆਨ ਦੇ ਜਾਂ ਚਿੰਤਨ ਦੇ, ਉਹ ਇੰਗਲਿਸ਼ 'ਚ ਲਿਖੋ। ਫਿਰ ਵੀ ਇੱਕ ਤਰ੍ਹਾਂ ਉਹ ਭਾਸ਼ਾ ਦੀ ਮੌਤ ਹੀ ਆ ਕਿ ਭਾਸ਼ਾ ਤਾਂ ਹੀ ਜੀਊਗੀ ਜੇ ਉਹਦੇ ਵਿੱਚ ਸਾਡੀ ਫਲਸਫਾ ਵੀ ਹੋਵੇ, ਸਾਡਾ ਚਿੰਤਨ ਵੀ ਹੋਵੇ, ਸਾਡੀ ਕਵਿਤਾ ਵੀ ਹੋਵੇ ਔਰ ਸਾਡਾ ਵਿਗਿਆਨ ਵੀ ਹੋਵੇ। ਤੋ ਸੋ ਸਾਨੂੰ ਬਹੁਤ ਸੁਚੇਤ ਹੋਣ ਦੀ ਜ਼ਰੂਰਤ ਹੈ। ਸੋਨੇ ਦਾ ਪਿੰਜਰਾ ਇੱਕ ਤੁਸੀਂ ਕਿਸੇ ਹਾਲਾਤ 'ਤੇ ਚੋਟ ਕੀਤੀ ਸੀਗੀ, ਕਵਿਤਾ ਲਿਖਣ ਵੇਲੇ ਤੁਹਾਡੇ ਮਨ 'ਚ ਕੀ ਨਾਰਾਜ਼ਗੀ ਸੀ? ਇਹੋ ਅਸਲ 'ਚ ਕਿ ਮੇਰੇ ਉੱਥੇ ਦੀ ਜਦੋਂ ਮੈਂ UK ਪਹਿਲੀ ਵਾਰ ਗਿਆ ਅਤੇ ਮੈਨੂੰ ਜਿਸ ਸਭਾ ਨੇ ਬੁਲਾਇਆ ਸੀ, ਉਹ ਸਭਾ ਸੀ ਐਕਚੁਅਲੀ ਤਾਂ, ਲੇਕਿਨ ਮੈਨੂੰ ਕਿਸੇ ਇੱਕ ਦੋਸਤ ਨੇ ਕਿਹਾ ਵੀ ਇਹ ਸਾਰੇ ਜਿਹੜਾ ਤੁਹਾਡਾ ਕਿਰਾਇਆ ਸੀਗਾ ਇਹੋ ਮੈਂ ਲਗਾਇਆ ਜਾਂ ਇੱਦਾਂ ਕੀਤਾ। ਮੈਨੂੰ ਜਾਣੀ ਇੱਕ ਪਰਸਨਲ ਜਿਹਾ ਹੀ ਗੁੱਸਾ ਸੀਗਾ, ਲੇਕਿਨ ਉਹਨੂੰ ਮੈਂ ਫਿਰ ਇਸ ਫੋਰਮ 'ਚ ਹੀ ਲਿਆਂਦਾ ਵੀ ਕਈ ਵਾਰੀ ਜਾਣੀ ਕੋਈ ਵੀ ਬੇਸ਼ੱਕ ਸਥਾਪਤੀ ਆ ਜਾਂ ਕੋਈ ਬੰਦਾ ਦੋਸਤ ਹੈ, ਉਹ ਤੁਹਾਡੀ ਉਡਾਣ ਨੂੰ ਮਤਲਬ ਉਹਨੂੰ ਲੋੜ ਨਹੀਂ ਸੀ ਮੈਨੂੰ ਇਹ ਕਹਿਣ ਦੀ ਕਿ ਮੈਂ ਕਿਰਾਇਆ ਭੇਜਿਆ ਸੀਗਾ ਨਾ। ਜਿਵੇਂ ਉਹਨੇ ਮੈਨੂੰ ਇੱਕ ਤਰ੍ਹਾਂ ਇਹ ਕੋਸ਼ਿਸ਼ ਕੀਤੀ ਕਿ ਵੀ ਤੂੰ ਮੇਰੀ ਬਦੌਲਤ ਇੱਥੇ ਆ। ਸੋ ਉਹ ਬਹੁਤ ਨਿੱਜੀ ਜਿਹਾ ਗੁੱਸਾ ਇਹਦੇ ਵਿੱਚ ਹੈ, ਲੇਕਿਨ ਇਹਦੇ ਅਰਥ ਜਾਣੀ ਇਹਨਾਂ ਦੇ ਅਰਥਾਂ ਨੂੰ ਅਸੀਂ ਐਕਸਪੈਂਡ ਜਿੰਨੇ ਮਰਜ਼ੀ ਕਰ ਸਕਦੇ ਹਾਂ।
ਹੁਣ ਕੁਝ ਜਿਹੜੇ ਹੁੰਦੇ ਜਦੋਂ ਅਵਾਰਡ ਮਿਲਦੇ ਆ ਸਾਹਿਤਕਾਰਾਂ ਨੂੰ ਜਾਂ ਕਲਾਕਾਰਾਂ ਨੂੰ, ਉਦੋਂ ਕਈ ਵਾਰੀ ਵਿਵਾਦ ਖੜਾ ਹੁੰਦਾ ਹੈਗਾ ਵੀ ਉਹਨਾਂ ਨੂੰ ਕਈ ਜਿਹੜੇ ਢੁਕਵੇਂ ਜਾਂ ਵਧੀਆ ਨਾਂ ਹੁੰਦੇ ਨੇ ਉਹਨਾਂ ਨੂੰ ਨਹੀਂ ਮਿਲਦੇ ਤੇ ਕਈ ਵਾਰੀ ਕੁਝ ਚਹੇਤਿਆਂ ਨੂੰ ਮਿਲ ਜਾਂਦੇ ਨੇ। ਇਹਦੇ ਬਾਰੇ ਕੀ ਕਹੋਗੇ? ਇਹਦੇ 'ਚ ਇਹ ਹੋਇਆ ਕਿ ਇਹ ਸਾਰੇ ਇਨਾਮਾਂ ਬਾਰੇ ਅਸੀਂ ਜ਼ਰੂਰ ਪੜ੍ਹਦੇ ਸੁਣਦੇ ਰਹਿੰਦੇ ਹਾਂ ਕਿ ਈਵਨ ਨੋਬਲ ਪ੍ਰਾਈਜ਼ ਦੇ ਬਾਰੇ ਵੀ ਅਸੀਂ ਪੜ੍ਹ ਲੈਂਦੇ ਕਿ ਉਹਦੇ ਪੋਲੀਟੀਕਲ ਕਾਰਨ ਹੋ ਸਕਦੇ ਆ ਜਾਂ ਹੋਰ ਕਾਰਨ ਹੋ ਸਕਦੇ ਆ। ਇੱਦਾਂ ਹੀ ਸਾਹਿਤ ਅਕੈਡਮੀ ਦੇ ਨਾਮਾਂ ਬਾਰੇ ਵੀ ਤਾਂ ਉਹਦੀ ਦੋ ਗੱਲਾਂ ਨੇ ਵੀ ਇੱਕ ਤਾਂ ਕਿਉਂਕਿ ਚਲੋ ਜਿੱਥੇ ਵੀ ਆਦਮੀ ਸ਼ਾਮਲ ਹੈ, ਜਿੱਥੇ ਵੀ ਮਾਨਵ ਸ਼ਾਮਲ ਹੈ ਤਾਂ ਉੱਥੇ ਮਾਨਵਾਂ ਦੀਆਂ ਕਮਜ਼ੋਰੀਆਂ ਵੀ ਨਾਲ ਹੁੰਦੀਆਂ, ਉਹਨਾਂ ਦੇ ਗਰੁੱਪਿਜ਼ਮ, ਉਹਨਾਂ ਦੇ ਧੜੇ ਨਾਲ ਹੁੰਦੇ ਆ। ਅਤੇ ਦੂਜੀ ਗੱਲ ਇਹ ਵੀ ਹੈ ਕਿ ਸਾਹਿਤ ਵਿੱਚ ਅਸੀਂ ਕੋਈ ਜਿਹੜੇ ਪ੍ਰਤਿਮਾਨ ਉਹ ਬਾਹਰਮੁਖੀ ਨਹੀਂ ਹੁੰਦੇ। ਕਈ ਵਾਰੀ ਇੱਕ ਲੇਖਕ ਕੁਛ ਲੋਕਾਂ ਲਈ ਬਹੁਤ ਵੱਡਾ ਲੇਖਕ ਵੀ ਹੁੰਦਾ, ਦੂਜੇ ਉਸ ਲੇਖਕ ਨੂੰ ਕੁਛ ਨਹੀਂ ਮੰਨਦੇ। ਕਿ ਇੱਕ ਇਸ ਕਿਸਮ ਦੀ ਜੈਨੂਨ ਕਿਸਮ ਦੀ ਵੀ ਪਸੰਦੀਦਗੀ ਜਾਂ ਨਾਪਸੰਦੀ ਹੋ ਸਕਦੀ ਹੈ ਸਾਹਿਤ 'ਚ, ਕਿਉਂਕਿ ਇਹ 'ਚ ਕੋਈ ਓਬਜੈਕਟਿਵ ਪੈਰਾਮੀਟਰਸ ਹੈ ਨਹੀਂ। ਜੇ ਆਪਾਂ ਸਾਇੰਸ 'ਚ ਕਹਿੰਦੇ ਕਿ ਸਾਇੰਸ 'ਚ ਤਾਂ ਚੀਜ਼ ਪ੍ਰੂਵ ਹੋ ਗਈ, ਲੇਕਿਨ ਸਾਹਿਤ 'ਚ ਸ਼ਾਇਦ ਅਸੀਂ ਇੱਦਾਂ ਪ੍ਰੂਵ ਨਹੀਂ ਕਰ ਸਕਦੇ ਕਿ ਵੀ ਤੁਸੀਂ ਪ੍ਰੂਵ ਕਰ ਦਿਓ ਕਿ ਆ ਹੁਣ ਇਹਨੂੰ ਕੋਈ ਇਹਦਾ ਖੰਡਨ ਕਰਕੇ ਦੇਖੀਏ। ਸੋ ਇਹ ਵੀ ਇੱਕ ਕਾਰਨ ਹੈ ਕਿ ਅਸੀਂ ਕਈ ਵਾਰੀ ਸਾਹਿਤ ਬਾਰੇ, ਬਾਕੀ ਹੁੰਦਾ ਕਿ ਕਈ ਵਾਰੀ ਇਨਾਮ ਇੱਕ ਹੈ ਲੇਕਿਨ ਤੁਹਾਨੂੰ ਲੱਗਦਾ ਕਿ ਇਹ 5-6 ਬੰਦੇ ਉਹਦੇ ਹੱਕਦਾਰ ਨੇ, ਲੇਕਿਨ ਉਹ ਮਿਲਣਾ ਕਿਸੇ ਇੱਕ ਨੂੰ ਹੀ ਹੁੰਦਾ। ਸੋ ਨੈਚੁਰਲੀ ਜਿਹੜੇ 4 ਹੱਕਦਾਰ ਰਹਿ ਜਾਂਦੇ ਆ ਉਹਨਾਂ ਦਾ ਵੀ ਗਿਲਾ ਰਹਿ ਜਾਂਦਾ। ਅਤੇ ਸੋ ਇਹ ਕੁਛ ਗੱਲਾਂ ਨੇ ਮੇਰੇ ਖਿਆਲ 'ਚ ਜਿਹੜੀਆਂ ਸਾਡੇ ਇਨਾਮਾਂ ਨੂੰ ਲੇਕਿਨ ਹੁਣ ਜਿਵੇਂ ਆਪਾਂ ਸਾਹਿਤ ਅਕੈਡਮੀ ਇਨਾਮ ਦੇਖੀਏ ਤਾਂ ਉਹਨਾਂ 'ਚੋਂ ਬਹੁਤੇ ਇਨਾਮ ਤੁਹਾਨੂੰ ਠੀਕ ਲੱਗਣਗੇ। ਤੁਹਾਨੂੰ ਕਿਤੇ ਕਿਤੇ ਕੋਈ ਇਨਾਮ ਲੱਗੇਗਾ ਕਿ ਵੀ ਆਹ ਇਨਾਮ ਨਹੀਂ ਠੀਕ ਸੀ, ਲੇਕਿਨ ਜਿਹੜੇ ਇਨਾਮਾਂ ਦੀ ਵੱਡੀ ਗਿਣਤੀ ਆ ਉਹ ਠੀਕ ਇਨਾਮਾਂ ਦੀ। ਕਵੀ ਦੇ ਅੰਦਰ ਕਹਿੰਦੇ ਕੁਝ ਨਾ ਕੁਝ ਤਾਂ ਚੱਲਦਾ ਹੀ ਰਹਿੰਦਾ। ਸੁਭਾਵਿਕ ਤੌਰ 'ਤੇ ਤੁਸੀਂ ਵੀ ਕੁਛ ਨਾ ਕੁਛ ਕਰ ਰਹੇ ਹੋਗੇ, ਹੁਣ ਲਿਖ ਰਹੇ ਹੋਗੇ। ਸਾਡੇ ਸਰੋਤਿਆਂ ਨੂੰ ਇਹ ਦੱਸੋ ਕਿ ਅੱਜ ਕੱਲ੍ਹ ਤੁਸੀਂ ਕੋਈ ਕਿਤਾਬ ਲਿਖ ਰਹੇ ਹੋ ਜਾਂ ਕੀ ਹੋਰ? ਅੱਜ ਕੱਲ੍ਹ ਗੌਤਮ ਇੱਦਾਂ ਹੈ ਕਿ ਮੈਂ ਇੱਕ ਤਾਂ ਮੇਰੀ ਜਿਹੜਾ ਮੈਂ ਆਪਾਂ ਲੈਂਗੁਏਜ ਦੀ ਗੱਲ, ਭਾਸ਼ਾ ਦੀ ਗੱਲ ਪਹਿਲਾਂ ਕੀਤੀ ਆ ਕਿ ਮੈਂ ਭਾਸ਼ਾ ਬਾਰੇ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ। ਜਿਵੇਂ ਇੱਕ ਤਾਂ ਇਹ ਸੀ ਕਿ ਮਰ ਰਹੀ ਹੈ ਮੇਰੀ ਭਾਸ਼ਾ, ਇੱਕ ਮੈਂ ਬਾਅਦ 'ਚ ਸ਼ਬਦਕੋਸ਼ ਦੇ ਬੂਹੇ 'ਤੇ ਨਜ਼ਮ ਲਿਖੀ ਸੀ, ਅਤੇ ਇੱਕ ਫਿਰ ਬਾਅਦ 'ਚ ਮੈਂ ਲੋਕ ਜੋ ਆਖਦੇ ਨੇ ਉਹਦੇ 'ਚ ਮੈਂ ਜਿਹੜੇ ਸਾਡੇ ਜਾਣੀ ਸਾਡੇ ਲੋਕ ਗੀਤਾਂ ਵਿੱਚ ਜਾਂ ਬਾਤਾਂ 'ਚ ਜਿਹੜੀਆਂ ਸਾਡੀਆਂ ਸਭ ਤੋਂ ਵਧੀਆ ਇਜ਼ਹਾਰ ਕੀਤੇ ਉਹ ਸਾਰੇ ਇਕੱਠੇ ਕੀਤੇ ਸੀ। ਜਿਹੜੀ ਉਹ ਮੈਂ ਕਵਿਤਾ ਐਂਡ ਐਂ ਕੀਤੀ ਸੀ ਕਿ ਮੰਨ ਲਓ ਮੈਂ ਕਿਹਾ ਕਿ ਲੋਕ ਜੋ ਆਖਦੇ ਨੇ ਨੀਲੀ ਟੱਲੀ ਚੌਲ ਬੱਧੇ ਦਿਨੇ ਗਵਾਚੇ ਰਾਤੀ ਲੱਭੇ, ਜਾਂ ਇਹ ਲੋਕ ਜੋ ਆਖਦੇ ਨੇ ਆਲ ਢਾਂਗਾ ਪਾਲ ਢਾਂਗਾ ਵਿੱਚ ਟੱਲਮ ਟੱਲੀਆਂ ਆਉਣ ਕੁੰਜਾਂ ਦੇਣ ਬੱਚੇ ਨਦੀ ਨਾਵਣ ਚੱਲੀਆਂ, ਹੈ ਨਾ। ਜਾਂ ਜਦੋਂ ਰੇਲ ਗੱਡੀ ਆਈ ਤਾਂ ਲੋਕਾਂ ਨੇ ਕਵਿਤਾ ਬਣਾਈ ਕਿ ਨਿੱਕੇ ਨਿੱਕੇ ਠੇਂਗਣੇ ਸੰਦੂਕ ਚੁੱਕੀ ਜਾਂਦੇ ਆ, ਰਾਜਾ ਪੁੱਛੇ ਰਾਣੀ ਨੂੰ ਇਹ ਕੀ ਜਨੌਰ ਜਾਂਦੇ ਆ। ਤਾਂ ਮੈਂ ਇੱਦਾਂ ਕਾਫੀ ਕੁਝ ਲੈ ਕੇ ਫਿਰ ਮੈਂ ਇੱਦਾਂ ਬਣਾਇਆ ਕਿ ਵੀ ਜੇ ਇਹੋ ਜਿਹੀ ਕਵਿਤਾ ਨੂੰ ਸਿਰਜਣ ਵਾਲੇ ਜਾਂ ਇਹੋ ਜਿਹੀ ਕਵਿਤਾ ਨੂੰ ਆਪਣੇ ਸੀਨਿਆਂ ਵਿੱਚ ਸਾਂਭਣ ਵਾਲੇ ਜਾ ਰਹੇ ਹਨ ਤੇਰੀ ਕਵਿਤਾ ਤੋਂ ਦੂਰ, ਤਾਂ ਹੇ ਕਵੀ ਇਸ ਵਿੱਚ ਤੇਰਾ ਵੀ ਹੋਵੇਗਾ ਜ਼ਰੂਰ ਕੁਛ ਨਾ ਕੁਛ ਕਸੂਰ। ਕਿ ਮੈਂ ਬਹੁਤ ਸਾਰੀਆਂ ਨਹੀਂ ਭਾਸ਼ਾਵਾਂ 'ਤੇ ਤੋਂ ਮੇਰੀ ਭਾਸ਼ਾ ਬਾਰੇ ਜਿਹੜੀ ਕਿਤਾਬ ਮੈਂ ਪੂਰੀ ਦੀ ਪੂਰੀ ਇੱਕ ਕਵਿਤਾ ਦੀ ਉਹ 'ਤੇ ਕੰਮ ਕਰ ਰਿਹਾ। ਸੋ ਇੱਕ ਮੈਂ ਭਾਸ਼ਾ ਕਿਸ ਤਰ੍ਹਾਂ ਪੈਦਾ ਹੋਈ, ਸ਼ਬਦ ਕਿਸ ਤਰ੍ਹਾਂ ਬਣੇ, ਸੋ ਉਹ ਮੇਰੀ ਸਭ ਤੋਂ ਵੱਡੀ ਰੀਝ ਆ ਕਿ ਮੈਂ ਜਿਹੜੀ ਪੂਰੀ ਦੀ ਪੂਰੀ ਮੇਰੀ ਕਿਤਾਬ ਭਾਸ਼ਾ ਬਾਰੇ ਕਵਿਤਾਵਾਂ ਦੀ ਹੋਵੇ, ਉਹ 'ਤੇ ਮੈਂ ਕੰਮ ਕਰ ਰਿਹਾ। ਕਦ ਤੱਕ ਇਹ ਪਾਠਕਾਂ ਤੱਕ ਪਹੁੰਚਣਗੀਆਂ? ਇਹ ਹੁਣ ਫਿਰ ਉਹੀ ਗੱਲ ਆ, ਫਿਰ ਕਵਿਤਾ ਦੀ ਮਰਜ਼ੀ ਹੁੰਦੀ ਹੈ, ਲੇਕਿਨ ਮੈਂ ਸੋਚਦਾ ਕਿ ਮੈਂ ਇਸ ਸਾਲ 'ਚ ਇਹਨੂੰ ਮੁਕੰਮਲ ਕਰ ਲਵਾਂਗਾ। ਸੁਰਜੀਤ ਪਾਤਰ ਜੀ, ਪੰਜਾਬੀ ਰੇਡੀਓ USA ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਉਮੀਦ ਹੈ ਕਿ ਤੁਸੀਂ ਸਾਰੇ ਪਾਠਕਾਂ ਨੂੰ, ਆਪਣੇ ਚਹੇਤਿਆਂ ਨੂੰ ਇਸੇ ਤਰ੍ਹਾਂ ਸਾਹਿਤ ਵੰਡਦੇ ਰਹੋਗੇ। ਇਸ ਦੇ ਨਾਲ ਹੀ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਗੌਤਮ ਰਿਸ਼ੀ ਤੁਹਾਡਾ, ਔਰ ਇਸ ਰੇਡੀਓ ਨੂੰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਇੱਕ ਵਾਰ ਫਿਰ ਬਹੁਤ ਬਹੁਤ ਪਿਆਰ ਅਤੇ ਸਤਿਕਾਰ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ ਸਾਲ ਦੇ 365
ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ ਪੰਜਾਬੀ ਰੇਡੀਓ USA